ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਈ ਪੜ੍ਹਤਾ ਸਹਸਾ ਕਿਰਤਾ ਕੋਈ ਪੜ੍ਹੈ ਪੁਰਾਨਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸੈ ਧਿਆਨਾ ਕੋਈ ਪੜ੍ਹਤਾ ਸਹਸਾ ਕਿਰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ।
ਰਾਮਕਲੀ ਰਾਗ ਦੀ ਸ਼ੁਭ ਪ੍ਰਾਰੰਭਤਾ ਹੋ ਰਹੀ ਹੈ। ਰਾਮਕਲੀ ਰਾਗ ਭਾਰਤੀ ਸੰਗੀਤ ਦਾ ਪ੍ਰਾਚੀਨ ਲੋਕਪ੍ਰਿਯ ਅਤੇ ਮਧੁਰ ਰਾਗ ਹੈ, ਜਿਸ ਦਾ ਅੰਮ੍ਰਿਤ ਵੇਲੇ ਦੇ ਰਾਗਾਂ ਵਿੱਚ ਵਿਸ਼ੇਸ਼ ਸਥਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਅਧੀਨ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨਾਵਾਂ ਤੋਂ ਇਲਾਵਾ ਭਗਤ ਕਬੀਰ ਜੀ, ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਬੇਣੀ ਜੀ ਤੇ ਰਬਾਬੀ ਭਾਈ ਸੱਤਾ ਤੇ ਮਲਵੰਡ ਦੀ ਉਚਾਰਨ ਕੀਤੀ ਬਾਣੀ ਦਰਜ ਹੈ। ਇਸ ਰਾਗ ਸੰਬੰਧੀ ਸਤਿਗੁਰਾਂ ਦਾ ਆਪਣਾ ਫਰਮਾਨ ਹੈ। ਰਾਮ ਕਲੀ ਰਾਮ ਮਨ ਵਸਿਆ। ਰਾਮਕਲੀ ਦੇ ਰਾਗ ਦੁਆਰਾ ਜੇ ਰਾਮ ਮਨ ਦੇ ਵਿੱਚ ਵਸ ਗਿਆ ਤਾਂ ਬਣਿਆ ਸੀਗਾਰ, ਤਾਂ ਬਣਿਆ ਸ਼ਿੰਗਾਰ ਸ਼ੋਭਦਾ ਹੈ। ਗੁਰ ਕੈ ਸ਼ਬਦ ਕਮਲ ਵਿਗਸਿਆ। ਗੁਰਾਂ ਦੇ ਸ਼ਬਦ ਵਾਹਿਗੁਰੂ ਮੰਤਰ, ਮੂਲ ਮੰਤਰ ਦੇ ਅਭਿਆਸ ਦੁਆਰਾ, ਸ਼ੁਭ ਉਪਦੇਸ਼ ਦੁਆਰਾ ਹਿਰਦਾ ਕੌਲ ਖਿੜਾਇਆ ਹੈ, ਤਾਂ ਸੌਂਪਿਆ ਭਗਤ ਭੰਡਾਰ। ਤਾਂ ਗੁਰੂ ਸਾਹਿਬ ਨੇ ਭਗਤੀ ਦਾ ਭੰਡਾਰਾ ਹੀ ਸੌਂਪ ਦਿੱਤਾ ਕਿ ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵਧਦ ਹੋ ਜਾਈ। ਕਿਹੜਾ ਭੰਡਾਰਾ? ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹ ਖਜ਼ਾਨਾ ਹੀ ਹੈ ਭਗਤੀ ਦਾ। ਜਿੰਨਾ ਮਰਜ਼ੀ ਪੜ੍ਹੀ ਜਾਓ, ਸੁਣੀ ਜਾਓ, ਵਿਚਾਰੀ ਜਾਓ, ਕਥਾ ਕੀਰਤਨ ਕਰੀ ਸੁਣੀ ਜਾਓ, ਕਿੰਨਾ ਆਨੰਦ ਹੈ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਇਹ ਖਜ਼ਾਨਾ ਸਾਡੇ ਪਿਓ ਦਾਦੇ ਗੁਰੂ ਸਾਹਿਬਾਨਾਂ ਦਾ ਹੈ। ਜਦ ਖੋਲ੍ਹ ਕੇ ਪ੍ਰਕਾਸ਼ ਕਰਕੇ ਵੇਖਿਆ, ਦਰਸ਼ਨ ਕੀਤੇ, ਤਾਂ ਮੇਰਾ ਮਨ ਭਇਆ ਨਿਧਾਨਾ। ਤਾਂ ਮੇਰਾ ਮਨ ਬਾਗੋ ਬਾਗ ਹੋ ਗਿਆ, ਖਜ਼ਾਨਾ ਹੀ ਬਣ ਗਿਆ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਮੁਖਵਾਕ ਸਿੰਘ ਸਾਹਿਬ ਸਰਵਣ ਕਰਵਾ ਰਹੇ ਸੀ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਤਲੰਗ ਮਹੱਲਾ ਚੌਥਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲੇ ਹਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ। ਹਰ ਕੇ ਗੁਣ ਹਰ ਭਾਵੰਦੇ ਤੇ ਗੁਰੂ ਤੇ ਪਾਏ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਘੁੰਮ ਘੁੰਮ ਜਾਏ। ਜਿਨ ਸਤਿਗੁਰ ਪਿਆਰਾ ਸੇਵਿਆ ਤਿਨ ਕਉ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਗੁਰ ਪਿਆਰੇ ਗੁਰ ਸੇਵਿਆ ਗੁਰ ਧਨ ਗੁਰ ਧਨੋ। ਇਉਂ ਇਹ ਮਹਾਰਾਜ ਨੇ ਵਾਹਿਗੁਰੂ ਜੀ ਦੇ ਦਰ ਕਰ ਦੀਆਂ ਕਥਾ ਕਹਾਣੀਆਂ ਸਰਵਣ ਕਰਵਾਈਆਂ। ਫਿਰ ਵੱਖੋ ਵੱਖਰੇ ਮਨ ਸਮੰਨੇ ਰਾਗਾਂ ਦੇ ਵਿੱਚ ਰਾਗ ਆਸਾ, ਤਿਲੰਗ ਅਤੇ ਸੂਹੀ ਰਾਗ ਵਿੱਚ ਜ਼ਿਆਦਾਤਰ ਮੁਸਲਮਾਨ ਫਕੀਰਾਂ ਨੂੰ ਸੰਬੋਧਨ ਰੂਪ ਦੇ ਵਿੱਚ ਉਪਦੇਸ਼ ਹੈ, ਕਿਉਂਕਿ ਉਹਨਾਂ ਫਕੀਰਾਂ ਵਿੱਚ ਇਹ ਰਾਗ ਬਹੁਤ ਪ੍ਰਚਲਿਤ ਸਨ। ਤਿਵੇਂ ਰਾਮਕਲੀ ਰਾਗ ਜੋਗੀਆਂ ਨੇ ਬਹੁਤ ਅਪਣਾਇਆ ਹੈ। ਇਸ ਲਈ ਸਤਿਗੁਰਾਂ ਨੇ ਇਸ ਰਾਗ ਵਿੱਚ ਜ਼ਿਆਦਾਤਰ ਜੋਗੀਆਂ ਨੂੰ ਸੰਬੋਧਨ ਰੂਪ ਦੇ ਵਿੱਚ ਉਪਦੇਸ਼ ਬਖਸ਼ਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਉਪਦੇਸ਼ ਦੇਣ ਵਾਲੇ ਸਿੱਧ ਗੋਸ਼ਟਨਾਮੇ ਬਾਣੀ ਇਸੇ ਰਾਗ ਵਿੱਚ ਹੀ ਉਚਾਰੀ ਹੈ। ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਸਿੱਧ ਰਚਨਾ ਆਨੰਦ ਸਾਹਿਬ ਵੀ ਇਸੇ ਰਾਗ ਵਿੱਚ ਅੰਕਿਤ ਹੈ, ਜਿਸ ਦਾ ਵਿਸ਼ੇਸ਼ ਰੂਪ ਦੇ ਵਿੱਚ ਕੀਰਤਨ ਵੀ ਕੀਤਾ ਜਾਂਦਾ। ਇਸ ਰਾਗ ਵਿੱਚ ਰਿਸ਼ਭ ਯਾਨੀ ਰੇ, ਧੈਵਤ ਯਾਨੀ ਧਾ, ਇਹ ਕੋਮਲ ਹੈ। ਰੇ ਤੇ ਧਾ ਇਹ ਦੋ ਸੁਰਾਂ ਕੋਮਲ ਹਨ।
ਮੱਧਮ ਤੇ ਨਿਸ਼ਾਦ ਦੇ ਦੋਵੇਂ ਰੂਪ ਪ੍ਰਯੋਗ ਕਰਦੇ ਆ, ਯਾਨੀ ਮਾਂ ਤੇ ਨੀ ਸ਼ੁੱਧ ਵੀ, ਮਾਂ ਤੀਬਰ ਵੀ ਤੇ ਨੀ ਕੋਮਲ ਵੀ। ਅਰੋਹ ਦੇ ਵਿੱਚ ਰੇ ਵਰਜਿਤ ਕਰਦੇ ਨੇ। ਇਸ ਦਾ ਵਾਦੀ ਪੰਚਮ ਸੰਬੰਧੀ ਰਿਸ਼ਭ ਹੈ। ਥਾਟ ਭੈਰਵ ਹੈ ਜਿਹਦੇ ਵਿੱਚੋਂ ਇਹ ਨਿਕਲਿਆ ਹੈ। ਸਮਾਂ ਦਿਨ ਦਾ ਪਹਿਲਾ ਪੈਰ ਤੇ ਜਾਤੀ ਛਾੜਵ ਸੰਪੂਰਨ, ਯਾਨੀ ਜਾਂਦੀ ਬਾਕੀ 6 ਸੁਰਾਂ, ਆਉਂਦੀ ਬਾਕੀ ਸੱਤੇ ਦੀਆਂ ਸੱਤੇ। ਵਾਦੀ ਪੰਚਮ, ਜੋ ਪੰਚਮ ਸੁਰ ਹੈ ਇਹ ਬਹੁਤੀ ਲੱਗਦੀ ਹੈ ਤੇ ਜਿਹੜੀ ਰੇ ਹੈ ਇਹ ਥੋੜੀ ਘੱਟ ਵਰਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦਾ 18ਵਾਂ ਸਥਾਨ ਹੈ। ਅਰੋਹ ਇੰਜ ਸਾ ਗਾ ਮਾ ਪਾ ਧਾ ਨੀ ਸਾ, ਸਾ ਨੀ ਧਾ ਪਾ ਮਾ ਪਾ ਧਾ ਨੀ ਧਾ ਪਾ ਗਾ ਮਾ ਰੇ ਸਾ। ਰਾਮਕਲੀ ਦੱਖਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੱਖਣੀ ਰਾਗ ਪ੍ਰਕਾਰਾਂ ਦੀ ਲੜੀ ਵਿੱਚ ਰਾਗ ਰਾਮਕਲੀ ਦੱਖਣੀ ਅਨੂਠਾ ਰਾਗ ਹੈ, ਜਿਸ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਦਰਜ ਹੈ। ਓਅੰਕਾਰ ਦੱਖਣੀ ਭਾਰਤੀ ਸੰਗੀਤਕਾਰਾਂ ਦੇ ਕਥਨ ਅਨੁਸਾਰ ਰਾਮਕਲੀ ਦਾ ਇੱਕ ਸਰੂਪ ਭੈਰਵ ਸੀ। ਭੈਰਵ ਹੈ ਰਾਮਕਲੀ ਵਰਜੇ ਮਾਨ ਅਰੋਹ। ਭੈਰਵ ਸੀ ਹੈ ਰਾਮਕਲੀ ਵਰਜੇ ਮਾਨ ਅਰੋਹ। ਰਾਗ ਚੰਦਰਾ ਕਾ ਸਰ ਅਨੁਸਾਰ ਸਰੂਪਤ ਹੁੰਦਾ ਹੈ। ਇਸ ਰਾਗ ਵਿੱਚ ਰਿਸ਼ਭ ਤਹਿਵਤ ਕੋਮਲ, ਯਾਨੀ ਰੇ ਧਾ ਕੋਮਲ, ਮੱਧਮ ਤੀਬਰ ਜਿਹੜੀ ਮਾਂ ਉਹ ਤੀਬਰ ਤੇ ਬਾਕੀ ਸੁਰ ਸਾਰੇ ਸ਼ੁੱਧ ਲੱਗਦੇ ਨੇ। ਅਰੋਹ ਦੇ ਵਿੱਚ ਮਾਂ ਵਰਜਤ ਹੈ। ਇਸ ਦਾ ਵਾਦੀ ਪੰਚਮ, ਯਾਨੀ ਜਿਹੜੀ ਪੰਜਮ ਸੁਰ ਹੈ ਉਹ ਬਹੁਤੀ ਜ਼ਿਆਦਾ ਵਰਤੀ ਜਾਂਦੀ ਹੈ ਤੇ ਸਮਾਧੀ ਰਿਸ਼ਭ ਰੇ ਘੱਟ ਵਰਤੀ ਜਾਂਦੀ ਹੈ। ਸਮਾਂ ਰਾਤ ਦਾ ਪਹਿਲਾ ਪੈਰ ਤੇ ਜਾਤੀ ਛਾੜਵ ਸੰਪੂਰਨ, 6 ਸੁਰਾਂ ਜਾਂਦਿਆਂ ਦੇ ਆਉਂਦਿਆਂ ਸੱਤੇ ਦੀਆਂ ਸੱਤੇ। ਇਹਦਾ ਸਰੂਪ ਇਸ ਤਰ੍ਹਾਂ ਹੈ। ਅਰੋਹ ਸਾ ਰੇ ਗਾ ਪਾ ਧਾ ਪਾ ਧਾ ਨੀ ਸਾ, ਅਬਰੋ ਸਾ ਨੀ ਧਾ ਪਾ ਮਾ ਗਾ ਰੇ ਸਾ। ਇਸ ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਸ਼ੁਭ ਭਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਖਾਸ ਕਰਕੇ ਪਹਿਲੇ ਸਤਿਗੁਰਾਂ ਦੀ ਬਾਣੀ ਇਹਦੇ ਵਿੱਚ ਸਿੱਧਾ ਨਾਲ ਚਰਚਾ ਵਾਲੀ ਜ਼ਿਆਦਾ ਆਏਗੀ। ਪਿਆਰ ਨਾਲ ਸੁਣੋ ਜੀ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਉਚਾਰਨ ਕਰਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪਹਿਲਾ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੱਖਣ ਦੇ ਇਲਾਕੇ ਵਿੱਚ ਜੀਵਾਂ ਦੀ ਕਲਿਆਣ ਹਿੱਤ ਵਿੱਚ ਰਹੇ ਸਨ, ਤਾਂ ਉਸ ਸਮੇਂ ਦੱਖਣੀ ਪੰਡਤਾਂ ਦੇ ਪ੍ਰਥਾਏ ਰਾਮਕਲੀ ਰਾਗ ਦੇ ਅੰਦਰ ਮਹਾਰਾਜ ਨੇ ਪਾਵਨ ਸ਼ਬਦ ਉਚਾਰਿਆ। ਪਹਿਲੇ ਸੁਰਤਾਲ ਵਿੱਚ ਚਾਰ ਚਾਰ ਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਇਹ ਸ਼ਬਦ ਇੱਕ ਵਾਰ ਕਾਂਸ਼ੀ ਵਿੱਚ ਵੀ ਉਚਾਰਿਆ ਸੀ, ਦੂਜੀ ਵਾਰ ਕਸ਼ਮੀਰ ਦੇ ਪੰਡਤਾਂ ਨੂੰ ਇਸ ਸ਼ਬਦ ਅਨੁਸਾਰ ਉਪਦੇਸ਼ ਦਿੱਤਾ, ਤੇ ਤੀਜੀ ਵਾਰ ਦੱਖਣ ਦੇ ਪੰਡਤਾਂ ਦੇ ਪ੍ਰਥਾਏ ਇਹੀ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਹਿਲਾਂ ਮਹਾਮੰਤਰ ਉਚਾਰ ਕੇ ਵਾਹਿਗੁਰੂ ਪਰਮਾਤਮਾ ਦਾ ਮੰਗਲ ਕਰਦੇ ਹਨ। ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ ਅਤੇ ਸਤਨਾਮ ਸਤ ਨਾਸ਼ ਤੋਂ ਰਹਿਤ
ਨਾਮ ਪ੍ਰਸਿੱਧ ਹੈ। ਕਰਤਾ ਪੁਰਖ ਸਾਰੇ ਸੰਸਾਰ ਦਾ ਕਰਤਾ ਰਚਨਹਾਰ ਪੁਰਖ ਪਰਿਪੂਰਨ ਹੈ। ਭਾਉ ਭੈ ਤੂੰ ਰਹਿਤ ਹੈ। ਨਿਰਵੈਰ ਸੋ ਉਹ ਵੈਰ ਤੂੰ ਰਹਿਤ ਹੈ। ਅਕਾਲ ਮੂਰਤ ਜੋ ਉਹਦੀ ਮੂਰਤ ਹਸਤੀ ਹੈ, ਉਹਦਾ ਸਰੂਪ ਹੈ, ਇਹ ਮੌਤ ਤੋਂ ਰਹਿਤ ਹੈ। ਅਜੂਨੀ ਜੂਨਾ ਤੋਂ ਰਹਿਤ ਹੈ। ਸੈਭੰ ਸੁਤੇ ਪ੍ਰਕਾਸ਼ ਸਰੂਪ ਹੈ, ਉਹ ਕਿਸੇ ਤੋਂ ਪੈਦਾ ਨਹੀਂ ਹੋਇਆ। ਗੁਰ ਪ੍ਰਸਾਦ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੀ ਵਿਸ਼ੇਸ਼ਣਾ ਵਾਲਾ ਪ੍ਰਮਾਤਮਾ ਜੇ ਉਹਦੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਹੋ ਸਕਦੇ ਨੇ? ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ। ਸਾਡੇ ਸੱਜੇ ਪਾਸੇ ਗੁਰੂ ਸਾਹਿਬ ਖੜੇ ਹੋਣਗੇ ਤਾਂ ਮਹਾਰਾਜ ਦਰਵਾਜ਼ਾ ਖੋਲੇਗਾ, ਉਹ ਨਹੀਂ ਦਰਸ਼ਨ ਹੋਣਗੇ। ਇਕੱਲੇ ਦੀ ਕੋਈ ਪਹਿਚਾਣ ਹੀ ਨਹੀਂ ਹੈ ਤੇ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਗੈਰ ਕੋਈ ਦਰਵਾਜ਼ਾ ਖੁਲਵਾ ਹੀ ਨਹੀਂ ਸਕਦਾ। ਮਹਾਰਾਜ ਨੇ ਹੀ ਸੱਚਖੰਡ ਦੇ ਦਰਵਾਜ਼ੇ ਖੋਲ੍ਹੇ ਹਨ। ਪਹਿਲਾਂ ਤਾਂ ਨੋ ਐਂਟਰੀ, ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਵੀ ਕੁਛ ਹੈ। ਜਿਨ੍ਹਾਂ ਨੂੰ ਪਤਾ ਸੀ ਉਹਨਾਂ ਆਪਣੇ ਆਪ ਨੂੰ ਭਗਵਾਨ ਖਵਾਇਆ। ਉਹਨਾਂ ਦੱਸਿਆ ਹੀ ਨਹੀਂ ਵੀ ਸਾਡੇ ਤੋਂ ਉੱਪਰ ਵੀ ਇੱਕ ਰੱਬ ਹੈ। ਉਹ ਕਹਿੰਦੇ ਵੀ ਅਸੀਂ ਹੀ ਭਗਵਾਨ ਆ। ਵਿਸ਼ਨ ਆਪ ਹੀ ਕੋ ਠਹਿਰਾਨਾ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਮਹਾਦੇਵ ਅਚੁੱਤ ਕਹਾਇਓ, ਪ੍ਰਭ ਕੋ ਪ੍ਰਭੂ ਨਾ ਕਿਨਹੂ ਪਾਇਓ। ਇਸ ਤਰ੍ਹਾਂ ਇਹ ਕਲਗੀਧਰ ਜੀ ਦੇ ਬਚਨ ਨੇ। ਸੋ ਜੇ ਤੁਸੀਂ ਦਰਸ਼ਨ ਕਰ ਸਕਦੇ ਹੋ, ਰੱਬ ਦੇ ਕੋਲ ਪਹੁੰਚ ਸਕਦੇ ਹੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹੀਂ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੌਣ ਹਨ? ਬਾਣੀ ਗੁਰੂ, ਗੁਰੂ ਹੈ ਬਾਣੀ। ਜਪਜੀ ਸਾਹਿਬ ਦਾ ਪਾਠ ਪੜੋ ਤੇ ਤਾਂ ਹੀ ਕਿਰਪਾ ਹੋਊਗੀ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਨ ਲਈ ਪਹਿਲਾਂ ਸੰਗਤ, ਬਾਣੀ, ਫਿਰ ਗੁਰੂ ਜੀ ਦੀ ਪ੍ਰਸੰਨਤਾ ਤੋਂ ਬਾਅਦ ਪ੍ਰਭੂ ਦਾ ਪ੍ਰਕਾਸ਼। ਅਸਲ ਦੇ ਵਿੱਚ ਆਪੇ ਹੀ ਵਾਹਿਗੁਰੂ ਜੀ ਗੁਰੂ ਨਾਨਕ ਰੂਪ, ਆਪੇ ਹੀ ਬਾਣੀ ਰੂਪ ਹੈ। ਕੋਈ ਪੜਤਾ ਸਹਿਸਾ ਕਿਰਤਾ। हे ਪ੍ਰਮਾਤਮਾ, ਤੈਨੂੰ ਭੁਲਾ ਕੇ ਕੋਈ ਨਾਗ ਭਾਸ਼ਾ, ਸਹਿਸਕ੍ਰਿਤੀ, ਇੱਕ ਹੁੰਦੀ ਸੰਸਕ੍ਰਿਤ, ਸੰਸਕ੍ਰਿਤ ਹੋਰ ਹੈ, ਸਹਿਸਕ੍ਰਿਤੀ ਹੋਰ ਹੈ। ਸਹਿਸ ਨਾਮ ਹੈ ਹਜ਼ਾਰ ਮੂੰਹਾਂ ਵਾਲੇ ਸ਼ੇਸ਼ ਨਾਗ ਦਾ, ਉਹਦੀ ਕਿਰਤਾ ਕੀਤੀ ਹੋਈ ਭਾਸ਼ਾ ਜੋ ਸ਼ੇਸ਼ਨਾਗ ਦੇ ਮੂੰਹ ਵਿੱਚੋਂ ਨਿਕਲੇ, ਸੋ ਕਹੀਏ ਸਹਿਸਕ੍ਰਿਤੀ, ਜੋ ਪੁਰਾਣੇ ਲੋਕਾਂ ਵਿੱਚ ਆਮ ਪ੍ਰਚਲਿਤ ਸੀ। ਬਾਅਦ ਵਿੱਚ ਇਹਦੇ ਵਿੱਚ ਵਿਆਕਰਨ ਆਦਿਕ ਪ੍ਰਬੰਧ ਰਚ ਕੇ ਭਾਵ ਪ੍ਰਯਤਨ ਨਾਲ ਬਣਾਈ ਭਾਸ਼ਾ ਨੂੰ ਸੰਸਕ੍ਰਿਤ ਕਿਹਾ ਗਿਆ। ਜਿਹੜੀ ਮੂਲ ਰੂਪ ਹੈ, ਮੁੱਢ ਰੂਪ ਹੈ, ਉਹ ਸਹਿਸਕ੍ਰਿਤੀ ਹੋਈ ਹੈ। ਉਹਨੂੰ ਗਾਂਹ ਡਿਵੈਲਪ ਕੀਤਾ ਗਿਆ, ਉਹਦੇ ਤੋਂ ਸੰਸਕ੍ਰਿਤ ਬਣਾਈ ਗਈ ਹੈ। ਕੋਈ ਤਾਂ ਨਾਗ ਭਾਸ਼ਾ ਸਹਿਸਕ੍ਰਿਤੀ, ਸਹਿਜੇ ਸੁਖੱਲੀ ਬੋਲੀ ਜਾਣ ਵਾਲੀ ਪ੍ਰਕਿਰਤਕ ਭਾਸ਼ਾ ਵਿੱਚ ਲਿਖੇ ਬੌਧ ਤੇ ਜੈਨ ਆਦਿਕ ਦੇ ਗ੍ਰੰਥ ਪੜ੍ਹਦਾ ਹੈ, ਜਾਂ ਕੋਈ ਸੰਸਕ੍ਰਿਤ ਆਦਿਕ ਵਿਆਕਰਨ ਨੂੰ ਪੜ੍ਹਦਾ, ਜਾਂ ਸੰਸਕ੍ਰਿਤ ਵਿੱਚ ਲਿਖੇ ਵੇਦਾਂ ਆਦਿ ਨੂੰ ਪੜ੍ਹਦਾ ਹੈ। ਪੜ੍ਹੈ ਪੁਰਾਨਾ। ਹਰ ਕੋਈ ਵਿਆਸ ਜੀ ਦੇ ਰਚੇ ਹੋਏ 18 ਪੁਰਾਣਾਂ ਨੂੰ ਪੜ੍ਹਨਾ ਕਰਦਾ ਹੈ। ਕੋਈ ਨਾਮ ਜਪੈ ਜਪ ਮਾਲੀ। ਕੋਈ ਮਨੁੱਖ ਜਪ ਮਾਲੀ ਮਾਲਾ ਲੈ ਕੇ, ਕੋਈ ਹੁੰਨ ਦੀ ਮਾਲਾ ਲੈ ਕੇ, ਕੋਈ ਲੱਕੜ ਦੀ ਲੈ ਕੇ, ਕੋਈ ਰੁਦਰਾਖੀ ਆਦਿਕ ਮਾਲਾ ਲੈ ਕੇ ਦੇਵਤੇ ਅਵਤਾਰਾਂ ਆਦਿਕ ਦੇ ਨਾਮ ਜਪਦਾ ਹੈ। ਹਰੇ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ, ਹਰੇ ਕ੍ਰਿਸ਼ਨ ਕ੍ਰਿਸ਼ਨ, ਜਾਂ ਰਾਧਾ ਕ੍ਰਿਸ਼ਨ, ਜਾਂ ਸੀਤਾ ਰਾਮ, ਰਾਮ ਸੀਤਾ, ਇੰਜ ਉਹ ਅਵਤਾਰਾਂ ਦੇ ਨਾਮ ਜਪਦਾ ਹੈ। ਲਾਗੈ ਤਿਸੈ ਧਿਆਨਾ। ਜਿਹਦਾ ਨਾਮ ਜਪੀਏ ਧਿਆਨ ਵੀ ਉਹਦੇ 'ਚ ਹੀ ਲੱਗਦਾ। ਦੇਵਤਿਆਂ ਦਾ ਨਾਮ ਜਪਦੇ ਆ, ਦੇਵਤਿਆਂ ਦੀ ਉਪਾਸਨਾ ਵਿੱਚ ਧਿਆਨ ਚਿੰਤਨ ਉਹਨਾਂ ਦਾ ਲੱਗਿਆ ਹੋਇਆ ਹੈ। ਅਬਹੀ ਕਬਹੀ ਕਿ ਪ੍ਰਮਾਤਮਾ, ਪਰ ਮੈਂ ਹੁਣ ਦੇ ਸਮੇਂ ਵਿੱਚ ਜਾਂ ਕਦੇ ਵੀ
ਭਾਵ ਆਉਣ ਵਾਲੇ ਸਮੇਂ ਜਾਂ ਪਿਛਲੇ ਲੰਘ ਚੁੱਕੇ ਸਮੇਂ ਵਿੱਚ ਕਿਛੂ ਨ ਜਾਣਾ। ਇੱਕ ਤੈਥੋਂ ਬਗੈਰ ਕਿਸੇ ਹੋਰ ਦੀ ਉਪਾਸਨਾ ਕਰਨੋਂ ਕੁਝ ਵੀ ਨਹੀਂ ਜਾਣਿਆ। ਇਹ ਵਾਹਿਗੁਰੂ ਮੈਂ ਤਾਂ ਪੂਜਾ ਕੀਚੈ ਨਾਮ ਤੇ ਆਈਐ, ਮੇਰਾ ਨਾਮ ਹੈ ਪੂਜਨਾ ਹੋਏ। ਤੇਰੇ ਨਾਮ ਤੋਂ ਬਗੈਰ ਕਿਸੇ ਦੀ ਉਪਾਸਨਾ ਨਹੀਂ ਕੀਤੀ। ਤੇਰਾ ਏਕੋ ਨਾਮ ਪਛਾਨਾ। ਮੈਂ ਤਾਂ ਕੇਵਲ ਤੇਰਾ ਇੱਕ ਨਾਮ, ਇੱਕ ਓੰਕਾਰ ਨਾਮ ਦਾ ਵਿਖਿਆਨ ਕਰਨਾ ਹੀ ਪਹਿਚਾਨਣਾ ਕੀਤਾ ਹੈ। ਸ਼ਲੋਕ ਮਹੱਲਾ ਤੀਜਾ। ਪੜਨਾ ਗੁੜਨਾ। ਇੱਕ ਪੜਨਾ ਹੁੰਦਾ, ਇੱਕ ਗੁੜਨਾ ਹੁੰਦਾ। ਆ ਸਾਡੇ ਵਿਦਵਾਨ ਇਹ ਗੁੜੇ ਹੋਏ ਨੇ, ਤੇ ਆ ਜਿਹੜੇ ਨਿੰਦਿਆ ਚੁਗਲੀ ਵਾਲੇ, ਪੜ੍ਹਾਈ ਕਰਨੀ ਕੋਈ ਮਾੜੀ ਨਹੀਂ, ਤੇ ਵਿਚਾਰਨਾ ਵੀ ਕੋਈ ਮਾੜਾ ਨਹੀਂ। ਗੁੜਨਾ ਦਾ ਅਰਥ ਹੈ ਵਿਚਾਰਨਾ। ਤੇ ਪਰ ਜੇਤਾ ਪੜ੍ਹਿਆ ਤੇਤਾ ਕੜਿਆ, ਕੱਢ ਜਾਣਾ। ਕੱਢ ਕੇ ਵੀ ਜਿਹੜੀ ਸਬਜ਼ੀ ਭਾਜੀ ਆ ਉਹ ਬਹੁਤੀ ਜ਼ਿਆਦਾ ਹੀ ਕੱਢ ਜਾਏ ਤੇ ਉਹ ਵੀ ਖੇ ਖਰਾਬ ਹੋ ਜਾਂਦੇ। ਦੁੱਧ ਵੀ ਜ਼ਿਆਦਾ ਕੱਢ ਜਾਏ ਉਹ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ। ਤੇ ਇਸ ਵਾਸਤੇ ਮਹਾਰਾਜ ਨੇ ਆਖਿਆ ਕਿ ਵਿਚਾਰੋ ਸਹੀ, ਪੜ੍ਹੋ ਸਹੀ। ਇਹ ਤਾਂ ਕੋਈ ਬੁਰੀ ਬਾਤ ਨਹੀਂ, ਇਹਦੇ ਨਾਲ ਤਾਂ ਗਿਆਨ ਦੇਣ ਦੀ ਪ੍ਰਾਪਤੀ ਹੁੰਦੀ। ਪਰ ਜੇ ਚਰਚਾ ਕਰਨ ਬੈਠ ਜਾਣਾ ਤਾਂ ਫਿਰ ਸੰਸਾਰ ਕੀ ਕਾਰ ਹੈ। ਅੰਦਰ ਤ੍ਰਿਸ਼ਨਾ ਵਿਕਾਰ, ਅੰਦਰ ਤ੍ਰਿਸ਼ਨਾ ਤੇ ਵਿਕਾਰ ਹੈ। ਆਪਾਂ ਭਲਾ ਕਿਉਂ ਪੜ੍ਹਦੇ ਹਾਂ? ਇੰਜੀਨੀਅਰਿੰਗ, ਡਾਕਟਰੀ, ਵਕਾਲਤ ਕਾਹਦੇ ਲਈ? ਵੀ ਮੋਟਾ ਮਾਲ ਆਵੇ, ਵੱਧ ਤੋਂ ਵੱਧ ਕਮਾਈ ਹੋਵੇ। ਅੰਦਰ ਤ੍ਰਿਸ਼ਨਾ ਤੇ ਵਿਕਾਰ ਹੈ। ਇੰਝ ਜੇ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਵੀ ਤ੍ਰਿਸ਼ਨਾ ਅਧੀਨ ਹੋਈ ਤਾਂ ਫਿਰ ਕੋਈ ਲਾਭ ਨਹੀਂ। ਹਉਮੈ ਵਿੱਚ ਸਭ ਪੜ੍ਹ ਥਕੇ, ਦੂਜੇ ਭਾਏ ਖੁਆਰ। ਸਾਰੇ ਹਉਮੈ ਹੰਕਾਰ ਵਿੱਚ ਪੜ੍ਹ ਕੇ ਥੱਕ ਗਏ, ਹੰਬ ਗਏ ਨੇ। ਜੋ ਵੀ ਕਾਰ ਕਰਦੇ ਦ્વੈਤ ਭਾਵ ਦੇ ਵਿੱਚ ਕਰਦੇ ਨੇ। ਸੋ ਪੜ੍ਹਿਆ ਸੋ ਪੰਡਤ ਬੀਨ, ਗੁਰ ਸ਼ਬਦ ਕਰੇ ਵਿਚਾਰ। ਉਹੀ ਪੜ੍ਹਿਆ, ਉਹੀ ਪੰਡਤ, ਉਹੀ ਜਾਣਨ ਵਾਲਾ ਗੁਣੀ ਗਿਆਨੀ ਹੈ ਜਿਹੜਾ ਗੁਰ ਸ਼ਬਦ ਕਰੇ ਵਿਚਾਰ। ਗੁਰਾਂ ਦੇ ਸ਼ਬਦ ਦੁਆਰਾ ਆਪਦੇ ਸਰੂਪ ਦੀ ਵਿਚਾਰ ਕਰੇ। ਅੰਦਰ ਖੋਜੈ ਤਤ ਲਹੇ, ਪਾਏ ਮੋਖ ਦੁਆਰ। ਆਪਦੇ ਅੰਦਰਲੇ ਨੂੰ ਖੋਜੇ, ਤਤ ਸਿਧਾਂਤ ਦੀ ਪ੍ਰਾਪਤੀ ਕਰੇ ਤਾਂ ਮੁਕਤੀ ਦਾ ਦਰਵਾਜ਼ਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਖੋਜੀ ਉਪਜੈ ਬਾਦੀ ਬਿਨਸੈ, ਹਉ ਬਲ ਬਲ ਗੁਰ ਕਰਤਾਰਾ। ਖੋਜੀ ਬੰਦਾ ਉਹ ਤਰੱਕੀ ਕਰਦਾ ਹੈ। ਜਿਹੜਾ ਝਗੜਾਲੂ ਹੈ, ਕੇਵਲ ਝਗੜਿਆਂ ਵਾਸਤੇ ਪੜ੍ਹਦਾ, ਉਹ ਨਾਸ਼ ਹੋ ਜਾਂਦਾ ਹੈ। ਇਸ ਲਈ ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਤੇ ਸਹਿਜ ਸ਼ਾਂਤੀ ਦੇ ਵਿੱਚ ਟੇਕੇ ਪਰਮਾਤਮਾ ਦੇ ਗੁਣਾਂ ਦਾ ਸਿਮਰਨ ਕਰਦਾ, ਉਹਦੇ ਸੁਰਤ ਜੋੜੀ ਰੱਖਦਾ। ਧਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਉਹ ਵਪਾਰੀ ਗੁਰੂ ਦਾ ਸਿੱਖ ਧਨ ਹੈ ਜਿਹੜਾ ਨਾਮ ਦਾ ਆਸਰਾ ਲੈਂਦਾ ਹੈ। ਨਾ ਜਾਣਾ ਮੇਰੀ ਕਵਨ, ਨਾ ਜਾਣਾ ਹਰੇ ਮੇਰੀ ਕਵਨ ਗਤੇ। ਇਹ ਹਰੀ ਪ੍ਰਮਾਤਮਾ ਮੈਂ ਨਹੀਂ ਜਾਣਦਾ ਕਿ ਮੇਰੀ ਕਿਹੜੀ ਹਾਲਤ ਹੋਵੇਗੀ, ਕਿਉਂਕਿ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਸ਼ਚਾ ਕਛੂ ਨਾ ਆਇਆ, ਰਹਿਓ ਢੇੜ ਕੋ ਢੇੜ। ਸੋ ਇਸ ਵਾਸਤੇ ਖੋਤੇ ਦਾ ਖੋਤਾ ਰਹਿ ਗਿਆ। ਨਿਸ਼ਚਾ ਤਾਂ ਆਇਆ ਕੋਈ ਨਹੀਂ, ਪੜ੍ਹਾਈ ਦਾ ਕੀ ਲਾਭ ਹੋਇਆ। ਆਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ। ਇਹ ਪ੍ਰਮਾਤਮਾ ਅਸੀਂ ਵਿਹਾਰਾਂ ਦੀ ਸਮਝ ਤੋਂ ਰਹਿਤ ਮੂਰਖ ਬੇਸਮਝ ਤੇ ਸਰੂਪ ਦੇ ਗਿਆਨ ਤੋਂ ਹੀਣ ਅਗਿਆਨੀ ਹੈ, ਪਰ ਹੈ ਤੇਰੀ ਸ਼ਰਨ ਵਿੱਚ ਓਟ ਵਿੱਚ ਪਏ ਹੋਏ ਹਾਂ। ਹਰ ਕਿਰਪਾ ਤੂੰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਰੱਖੋ ਮੇਰੀ ਲਾਜ ਪਤੇ। ਮੇਰੀ ਪਾਤਾਬਰੋ ਰੱਖਣੀ ਕਰੋ ਜੀ। ਜਾਂ ਇਸ ਲੋਕ ਵਿੱਚ ਲੱਜਿਆ ਤੇ ਪਰਲੋਕ ਦੇ ਵਿੱਚ ਪ੍ਰਤਿਸ਼ਠਾ,
ਇੱਜ਼ਤ ਰੱਖਣੀ ਕਰੋ ਹੇ ਵਾਹਿਗੁਰੂ ਜੀ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਕਬਹੂ ਜੀੜਾ ਊਬ ਚੜਤ ਹੈ। ਕਦੇ ਤਾਂ ਜਿਹੜਾ ਸਾਡਾ ਮਨ ਹੈ ਸਵਰਗ ਦੀਆਂ ਉਡਾਰੀਆਂ ਮਾਰਨ ਲੱਗ ਪੈਂਦਾ, ਬਿਨਾਂ ਹੀ ਖੰਭਾਂ ਤੋਂ। ਇੱਥੇ ਬੈਠੇ ਬ੍ਰਹਮ ਗਿਆਨੀ ਬਣ ਜਾਈਦਾ ਵੀ ਆਪਾਂ ਬ੍ਰਹਮ ਗਿਆਨੀ ਹੋਈ ਹਾਂ। ਜਿਉਂ ਜੋੜਾ ਪਾਈਦਾ ਮੂੰਹ ਘਰ ਵੱਲ ਨੂੰ ਹੁੰਦਾ, ਫਿਰ ਖਾਲੀ ਤੇ ਖਾਲੀ। ਕਦੀ ਬ੍ਰਹਮ ਲੋਕ ਆਦਿਕਾਂ ਦੇ ਦੇਵ ਭੋਗਾਂ ਦੀ ਇੱਛਾ ਵਿੱਚ ਚੜ ਜਾਂਦਾ, ਕਦੀ ਸਵਰਗ ਦੀ ਇੱਛਾ ਕਰਦਾ ਹੈ। ਕਬਹੂ ਜਾਏ ਪਿਆਲੇ। ਕਦੇ ਪਤਾਲ ਦੇ ਪਦਾਰਥਾਂ ਵੱਲ ਸ਼ੇਸ਼ ਨਾਗ ਦੀਆਂ ਮਣੀਆਂ ਵਿੱਚ ਚਲਾ ਜਾਂਦਾ ਹੈ। ਇਸੇ ਪ੍ਰਕਾਰ ਕਬਹੂ ਜੀੜਾ ਊਬ ਚੜਤ ਹੈ। ਕਦੇ ਜੀਵ ਕਰਮਾਂ ਦੇ ਅਨੁਸਾਰ ਉੱਚਾ ਸਵਰਗ ਆਦਿ ਵਿੱਚ ਜਾ ਕੇ ਵਿਰਾਜਦਾ ਹੈ। ਕਬਹੂ ਜਾਏ ਪਿਆਲੇ। ਹਰ ਕਦੇ ਕਰਮਾਂ ਦੇ ਅਨੁਸਾਰ ਪਤਾਲ ਦੇ ਵਿੱਚ ਭਾਵ ਨਰਕਾਂ ਵਿੱਚ ਜਾਂਦਾ। ਇਸ ਪ੍ਰਕਾਰ ਕਬਹੂ ਜੀੜਾ ਊਬ ਚੜਤ ਹੈ। ਕਦੇ ਤਾਂ ਮਨ ਹੰਕਾਰ ਦੇ ਨਾਲ ਉੱਪਰ ਚੜ ਜਾਂਦਾ, ਸਤਵੇਂ ਅਸਮਾਨ 'ਚ ਬੜੀਆਂ ਫੂਕਾਂ ਮਾਰਦਾ। ਕਬਹੂ ਜਾਏ ਪਿਆਲੇ। ਇਹ ਮੇਰੇ ਵਰਗਾ ਸੰਸਾਰ 'ਤੇ ਕੋਈ ਬੰਦਾ ਹੀ ਨਹੀਂ ਹੈ ਰੱਬ ਨੇ ਬਣਾਇਆ। ਤੇ ਕਦੇ ਪਤਾਲ ਭਾਵ ਨਿਮਰਤਾ ਵਿੱਚ ਆ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਲੋਭੀ ਜੀੜਾ ਥਿਰ ਨਾ ਰਹਤ ਹੈ। ਪਰ ਹੇ ਪ੍ਰਮਾਤਮਾ, ਮੇਰਾ ਇਹ ਲਾਲਚੀ ਚਿੱਤ, ਇਹ ਜਿਹੜਾ ਜੀਵ ਹੈ, ਇੱਕ ਤੇਰੇ ਨਾਮ ਦੇ ਵਿੱਚ ਸਥਿਤ ਨਹੀਂ ਰਹਿੰਦਾ ਹੈ। ਚਾਰੇ ਕੁੰਡਾਂ ਭਾਲੇ। ਤੇ ਚਾਰੇ ਦਿਸ਼ਾਵਾਂ ਵਿੱਚ ਪਦਾਰਥ ਮਾਇਆ ਨੂੰ ਖੋਜਣਾ ਕਰਦਾ ਜਾਂ ਪ੍ਰਤੱਖ ਚਾਰੇ ਦਿਸ਼ਾਵਾਂ ਵਿੱਚ ਮਾਇਆ ਦੀ ਪ੍ਰਾਪਤੀ ਵਾਸਤੇ ਜੀਵ ਜਾਂਦਾ, ਜਾਂ ਚਾਰੇ ਅੰਤःਕਰਨ ਰੂਪੀ ਦਿਸ਼ਾਵਾਂ ਵਿੱਚ ਭਾਲਦਾ ਹੈ। ਭਾਵ ਕਦੇ ਮਨ ਕਰਕੇ ਸੰਕਲਪ ਉਠਾਉਂਦਾ, ਚਿੱਤ ਕਰਕੇ ਚਿਤਵਨੀ ਕਰਦਾ, ਬੁੱਧ ਕਰਕੇ ਪਦਾਰਥ ਨਿਸ਼ਚੈ ਕਰਦਾ, ਤੇ ਕਦੇ ਹੰਕਾਰ ਕਰਦਾ। ਇਉਂ ਭਾਲਦਾ ਫਿਰਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਸਭ ਜੀਵ ਆਪਣਾ ਮਰਨਾ ਲਿਖਾ ਕੇ ਹੀ ਇਸ ਗੋਲਾਕਾਰ ਸੰਸਾਰ ਪ੍ਰਥਵੀ ਵਿੱਚ ਆਏ ਹਨ। ਸਾਡੇ ਮੱਥੇ ਤੇ ਮਰਨ ਦਾ ਦਿਨ ਪਹਿਲਾਂ ਵਾਹਿਗੁਰੂ ਲਿਖਦਾ, ਜਨਮ ਬਾਅਦ ਵਿੱਚ ਦਿੰਦਾ ਹੈ। ਸੋ ਇੰਜ ਜੀਵਨ ਸਾਜਹਿ ਮਾਈ। ਪਰ ਇੱਥੇ ਮਾਇਆ ਦੇ ਮੋਹ ਕਾਰਨ ਜਿਉਣ ਨੂੰ ਹੀ ਸਾਜਦੇ ਨੇ, ਭਾਵ ਹਮੇਸ਼ਾ ਜਿਉਂਦੇ ਰਹਿਣਾ ਚਾਹੁੰਦੇ ਨੇ। ਆਪਣੀ ਜ਼ਿੰਦਗੀ ਮਾਇਆ ਨੂੰ ਇਕੱਤਰ ਕਰਨ ਦੇ ਵਿੱਚ ਸਾਰੀ ਲਾ ਦਿੰਦੇ ਹਨ। ਆਪਦੇ ਸਾਜ਼ਬਾਜ਼ ਹੀ ਨਹੀਂ ਇਹਨਾਂ ਦੇ ਪੂਰੇ ਹੁੰਦੇ। ਜਿਸ ਤਰ੍ਹਾਂ ਘੋੜਿਆਂ ਦੇ ਸਾਜ਼ ਕਾਠੀਆਂ ਕੋਠੀਆਂ ਹੁੰਦੀਆਂ, ਇਉਂ ਆਪਦੇ ਸੂਟ ਬੂਟ ਵਾਲੀ ਧਿਆਨ ਰੱਖਦਾ ਹੈ। ਨਿਤਨੇਮ ਮਤਲਬ ਕਿ ਧਿਆਨ ਕਦੀ ਜੋੜਿਆ ਹੀ ਨਹੀਂ। ਜਿਸ ਬੰਦੇ ਨੇ ਕੁਝ ਪਾਉਣਾ ਹੋਵੇ ਤੇ ਉਹ ਬਹੁਤਾ ਜ਼ਿਆਦਾ ਸੂਟਾਂ ਬੂਟਾਂ ਨੂੰ ਨਹੀਂ ਪਸੰਦ ਕਰਦਾ। ਜਿਹੜੇ ਪੁਰਾਣੇ ਕਲਾਕਾਰ ਸਨ ਤੇ ਉਹ ਬਹੁਤ ਸਾਦਗੀ ਵਾਲੇ ਸਨ। ਥੋੜ੍ਹੇ ਦਿਨ ਪਹਿਲਾਂ ਮੈਂ ਆਸ਼ਾ ਭੋਂਸਲੇ ਦੀ ਇੰਟਰਵਿਊ ਸੁਣ ਰਿਹਾ ਸੀ, ਔਰ ਜਦੋਂ ਇੰਟਰਵਿਊ ਦੇ ਰਹੀ ਸੀ ਉਸ ਵਕਤ ਵੀ ਉਹਦਾ ਸਾਦਗੀ ਵਾਲਾ ਲਿਬਾਸ ਸੀਗਾ, 70 ਤੋਂ ਉੱਪਰ ਸੀਗੀ। ਕਹਿੰਦੀ ਸ਼ੁਰੂ ਤੋਂ ਧਿਆਨ ਆਪਾਂ ਕਲਾ ਦੇ ਵਿੱਚ ਰੱਖਿਆ, ਨਾ ਕਿ ਫੈਸ਼ਨ ਦੇ ਵਿੱਚ। ਤੋ ਜਿਸ ਦਾ ਧਿਆਨ ਦੁਨੀਆਦਾਰੀ 'ਚ ਲੱਗ ਗਿਆ, ਨਾ ਤਾਂ ਉਹ ਕਲਾ ਨੂੰ ਸਿੱਧ ਕਰ ਸਕਦਾ ਤੇ ਰੱਬ ਪਾਉਣਾ ਤਾਂ ਬੜਾ ਹੈ ਹੀ ਬੜੀ ਔਖੀ ਗੱਲ। ਤੇ ਇਸ ਲਈ ਧਿਆਨ ਤਾਂ ਪ੍ਰਭੂ ਦੇ ਚਰਨਾਂ 'ਚ ਰੱਖਣਾ ਪਊਗਾ। ਇਸ ਲਈ ਜਿਹੜੇ ਮਾਇਆ ਦੇ ਸਾਜ਼ਬਾਜ਼ ਇਕੱਠੇ ਕਰਦੇ ਰਹਿੰਦੇ ਨੇ, ਕਦੀ ਉਹਨੂੰ ਸਜਾ ਲਿਆ, ਕਦੀ ਉਹਨੂੰ ਸਜਾ ਲਿਆ, ਤੇ ਉਹ ਫਿਰ ਉਹਦੇ ਵਿੱਚ ਹੀ ਰਹਿੰਦੇ ਹਨ। ਇਹ ਨਹੀਂ ਜਾਣਦੇ ਕਿ ਜਿਨ੍ਹਾਂ ਨੂੰ ਸਜਾ ਰਹੇ ਆ, ਕੋਠੀਆਂ ਨੂੰ, ਕਾਰਾਂ ਨੂੰ, ਆਪਦੇ ਸਰੀਰਾਂ ਨੂੰ, ਇਹਨਾਂ ਨੂੰ ਅੱਜ ਕੱਲ੍ਹ ਦੇ ਵਿੱਚ ਛੱਡ ਕੇ ਤੁਰ ਜਾਣਾ ਹੈ। ਬਸ ਸਾਰੀ ਜ਼ਿੰਦਗੀ ਸਾਜ਼ਬਾਜ਼ ਹੀ ਲਗਾ ਦਿੰਦੇ ਨੇ। ਨਿਤਨੇਮ ਜੋਗਾ, ਸੇਵਾ ਜੋਗਾ ਸਮਾਂ ਹੀ ਨਹੀਂ ਕੱਢਦੇ। ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ, ਇਹ ਪ੍ਰਭੂ ਦੀਆਂ ਵਡਿਆਈਆਂ ਵਿਚਾਰਨ ਦਾ ਸਮਾਂ ਸੀਗਾ। ਸੱਚੇ ਨਾਮ ਲੈਣ ਦਾ ਇਹ ਵੀ ਸਾਜ਼ਬਾਜ਼
ਮਾਇਆ ਨੂੰ ਇਕੱਤਰ ਕਰਨ ਵਿੱਚ ਲਾ ਦਿੰਦੇ ਹਨ। ਜ਼ਿੰਦਗੀ ਭਰ ਮੌਤ ਨੂੰ ਭੁੱਲੇ ਰਹਿੰਦੇ ਨੇ। ਏਕ ਚਲੇ ਹਮ ਦੇਖੈ ਸੁਆਮੀ। ਇਹ ਮਾਲਕ ਪਰਮਾਤਮਾ ਅਸੀਂ ਵੇਖਦੇ ਤਾਂ ਹਾਂ ਕਿ ਫਲਾਣਾ ਸਿੜੀ ਤੇ ਪੈ ਕੇ ਵੇਖੋ ਬਲੌਂਗੀ ਨੂੰ ਜਾ ਰਿਹਾ, ਕਾਲ ਦੇ ਵਸ ਹੋ ਕੇ ਸੰਸਾਰ ਤੋਂ ਕੂਚ ਕਰਨ ਲੱਗੇ ਹਨ। ਕੂਚ ਕਰ ਗਏ ਨੇ, ਇੱਕ ਚੱਲ ਇੱਕ ਚਾਲਸ ਹੈ। ਭਾਹੇ ਬਲੰਤੀ ਆਈ। ਹਰ ਇੱਕ ਨਾ ਦੇ ਸਿਰ ਉੱਪਰ ਵੀ ਕਾਲ ਰੂਪ ਅਗਨੀ ਬਲਦੀ ਹੋਈ ਆ ਰਹੀ ਹੈ। ਇਸੇ ਪ੍ਰਕਾਰ ਏਕ ਚਲੇ ਹਮ ਦੇਖੈ ਸੁਆਮੀ। ਇਹ ਸੁਆਮੀ ਅਸੀਂ ਇੱਕ ਚਲਿੱਤਰ ਨੂੰ ਦੇਖਦੇ ਹਾਂ। ਭਾਹੇ ਬਲੰਤੀ ਆਈ। ਕਿ ਸਭਨਾਂ ਦੇ ਹਿਰਦਿਆਂ 'ਚ ਤ੍ਰਿਸ਼ਨਾ ਰੂਪੀ ਭਾਂਬੜ ਮੱਚ ਕੇ ਅੱਗ ਬਲ ਕੇ ਆ ਰਹੀ ਹੈ। ਇਸੇ ਪ੍ਰਕਾਰ ਏਕ ਚਲੇ ਹਮ ਦੇਖੈ ਸੁਆਮੀ। ਕੱਲ ਅਸੀਂ ਇਹ ਮਾਲਕਾ ਵੇਖਿਆ ਸੜਕ ਤੇ, ਆ ਗੁਰਦੁਆਰੇ ਦੇ ਸਾਹਮਣੇ ਇੱਕ ਟੈਂਪੂ ਚੱਲਿਆ। ਭਾਹੇ ਬਲੰਤੀ ਆਈ। ਉਹਨੇ ਗੈਸ ਭਰਾਈ ਤੇ ਪਤਾ ਨਹੀਂ ਕਿੱਥੋਂ ਲੀਕੇਜ ਹੋ ਗਈ ਜਾਂ ਸ਼ਾਰਟ ਸਰਕਟ ਹੋ ਗਿਆ। ਉਹ ਮਿੰਟਾਂ ਸਕਿੰਟਾਂ ਜੀ ਸੜ ਕੇ ਸੁਆਹ ਹੋ ਗਿਆ। ਲੋਹੇ ਤੋਂ ਬਗੈਰ ਬਚਿਆ ਕੱਖ ਨਹੀਂ। ਬੰਦੇ ਨੇ ਤਾਂ ਘਬਰਾ ਕੇ ਛਾਲ ਮਾਰ ਕੇ ਆਪਦੀ ਜਾਨ ਬਚਾ ਲਈ। ਤੋ ਇਸ ਵਾਸਤੇ ਕੁਦਰਤ ਦਾ ਕੁਛ ਪਤਾ ਨਹੀਂ, ਮਿੰਟਾਂ ਸਕਿੰਟਾਂ ਦੇ ਵਿੱਚ ਤੇ ਬੜਾ ਕੁਛ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਸੰਸਾਰ ਹੈ, ਸਰੀਰਾਂ ਦਾ ਕੋਈ ਭਰੋਸਾ ਨਹੀਂ ਵੀ ਕਿਹੜੇ ਵੇਲੇ ਲੋਕਾਂ ਨੇ ਚੁੱਕ ਕੇ ਮੋਢਿਆਂ ਦੇ ਤੇ ਬਲੌਂਗੀ ਜਾ ਕੇ ਟਾਈਮ ਲੈ ਕੇ ਤੇ ਤੀਲੀ ਲਾ ਕੇ ਫੂਕ ਸੁੱਟਣਾ। ਭਾਹੇ ਬਲੰਤੀ ਆਈ। ਬਲੌਂਗੀ ਦੇ ਵਿੱਚ ਨਿਤ ਕਿਸੇ ਨਾ ਕਿਸੇ ਨੂੰ ਅੱਗ ਲੱਗਦੀ ਤੁਰੀ ਆ ਰਹੀ ਹੈ। ਇਸੇ ਪ੍ਰਕਾਰ ਏਕ ਚਲੇ ਹਮ ਦੇਖੈ ਸੁਆਮੀ। ਇਹ ਮੇਰੇ ਮਾਲਕ, ਇਹ ਮੇਰੇ ਸੁਆਮੀ, ਜਦ ਇੱਕ ਬ੍ਰਹਮ ਦ੍ਰਿਸ਼ਟੀ ਬ੍ਰਹਮ ਅਭਿਆਸ ਰੂਪ ਅਗਨੀ ਆ ਕੇ ਬਲੀ। ਭਾਹੇ ਬਲੰਤੀ ਆਈ। ਇਹ ਬ੍ਰਹਮ ਦ੍ਰਿਸ਼ਟੀ ਬ੍ਰਹਮ ਅਭਿਆਸ ਰੂਪ ਅੱਗ ਆ ਕੇ ਬਲੀ। ਤਦੋਂ ਹਮ ਦੇਖੈ ਤਮਾਮ ਸੰਸਾਰ ਜੀਵਾਂ ਨੂੰ ਅਸੀਂ ਇੱਕ ਚਲਿੱਤਰ ਰੂਪ ਕਰਕੇ ਹੀ ਵੇਖ ਲਿਆ ਹੈ। ਨਾ ਕਿਸੀ ਕਾ ਮੀਤ। ਅੰਤ ਨੂੰ ਕਿਸੇ ਦਾ ਕੋਈ ਵੀ ਮਿੱਤਰ ਸਹਾਇਤਾ ਨਹੀਂ ਕਰਦਾ ਹੈ। ਨਾ ਕਿਸੀ ਕਾ ਭਾਈ। ਨਾ ਹੀ ਕਿਸੇ ਦਾ ਕੋਈ ਭਰਾ ਸਹਾਇਤਾ ਕਰਦਾ ਹੈ। ਆ ਵੇਖੋ ਲੋਕਡਾਊਨ ਦੇ ਵਿੱਚ ਸਭ ਕੰਮ ਕਰਪਟ ਹੋ ਗਏ ਤੇ ਬੜੀ ਮੁਸ਼ਕਲ ਖੜੀ ਹੋ ਗਈ। ਸਰਕਾਰਾਂ ਵੀ ਵੇਖੋ ਹੈਵਾਨ ਬਣੀਆਂ ਹੋਈਆਂ ਨੇ। ਆਪਦੀ ਪ੍ਰਜਾ ਜਨਤਾ ਨੂੰ ਹੀ ਲੁੱਟ ਕੇ ਖਾਣ ਦੇ ਵਿੱਚ ਇਹਨਾਂ ਲੱਕ ਬੰਨਿਆ। ਕੋਈ ਕੰਮ ਹੈ ਦੁਨੀਆ ਦੇ ਵਿੱਚ ਵੀ ਜਨਤਾ ਦੇ ਪੱਲੇ ਕੱਖ ਰਹਿਣ ਨਾ ਦਿਓ, ਆਪਦਾ ਹੀ ਢਿੱਡ ਭਰ ਲਓ। ਪਤਾ ਨਹੀਂ ਕਿਹੜੀ ਇਹ ਤ੍ਰਿਸ਼ਨਾ ਹੈ, ਕਿੱਥੇ ਜਾ ਕੇ ਸਮਾਪਤ ਹੋਏਗੀ। ਤੋ ਇਸ ਲਈ ਕੋਈ ਕਿਸੇ ਦਾ ਮਿੱਤਰ ਨਹੀਂ, ਕੋਈ ਭਰਾ ਨਹੀਂ। ਜਿਨ੍ਹਾਂ ਲੋਕਾਂ ਦੀ ਆਸ ਹੁੰਦੀ ਤੇ ਉਹ ਵੀ ਵੇਖੋ ਹੈਵਾਨ ਬਣੇ ਹੋਏ ਹਨ। ਸਰਕਾਰਾਂ ਵੀ ਜ਼ੁਲਮ ਵਾਲੀਆਂ ਤੇ ਲਾਲਚ ਮਤਲਬ ਪ੍ਰਸਤੀ ਹਨ ਦੁਨੀਆ ਵਿੱਚ। ਮਹਾਰਾਜ ਨੇ ਆਖਿਆ, ਗੁਰੂ ਨਾਵੇਂ ਪਾਤਸ਼ਾਹ ਜੀ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਧਾਰਾ ਕਿਆ ਮੀਤ। ਮੈਨੂੰ ਤੁਹਾਡੇ ਨਾਲ ਕੀ, ਮੇਰਾ ਤਾਂ ਆਪ ਦਾ ਹੀ ਭਰ ਜਾਏ ਨਾ ਬਹੁਤ। ਤੇ ਇਸ ਲਈ ਮੈਨੂੰ ਤਾਂ ਆਪਦੇ ਬੱਚਿਆਂ ਦਾ ਫਿਕਰ ਹੈ, ਮੈਨੂੰ ਆਪਦੇ ਘਰ ਦਾ, ਦੁਨੀਆ ਨਾਲ ਮੈਨੂੰ ਕੋਈ ਮਤਲਬ ਨਹੀਂ। ਸਭਨਾਂ ਦਾ ਇਹੀ ਹਿਸਾਬ ਹੈ, ਕੋਈ ਕਿਸੇ ਦਾ ਮਿੱਤ ਨਹੀਂ। ਅੰਤ ਨੂੰ ਤਾਂ ਬੜਾ ਕਿੰਨੇ ਸਹਾਇਤਾ ਕਰਨੀ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ। ਸਾਰੇ ਆਪਦੇ ਮਤਲਬ ਦੇ ਭਾਈ ਵਾ। ਕਿਆ ਦਾਰਾ ਕਿਆ ਮੀਤ, ਕਿਆ ਘਰ ਵਾਲੀ, ਕਿਆ ਮਿੱਤਰ ਹੈ। ਨਾ ਕਿਸੈ ਬਾਪ ਨਾ ਮਾਈ। ਕਿਸੇ ਦਾ ਪਿਤਾ ਵੀ ਸਹਾਇਤਾ ਨਹੀਂ ਕਰ ਸਕਦਾ, ਨਾ ਹੀ ਮਾਂ ਸਹਾਇਤਾ ਕਰ ਸਕਦੀ ਹੈ। ਇਹ ਕਾਕਾ ਤੈਨੂੰ ਵਿਆਹ ਤਾ, ਹੁਣ ਤੂੰ ਆਪ ਦਾ ਕਮਾ ਤੇ ਆਪ ਦਾ ਖਾ, ਰਹੋ ਵੀ ਜਿੱਥੇ ਮਰਜੀ। ਤੋ ਇਸ ਲਈ ਕੋਈ ਕਿਸੇ ਦਾ ਆਸਰਾ ਨਹੀਂ ਤੇ ਨਾ ਹੀ ਆਸ ਰੱਖੇ। ਇੱਕੋ ਇੱਕ ਪਰਮਾਤਮਾ ਹੀ ਹੈ। ਮਾਤ ਪਿਤਾ ਸੁਧ ਬੰਧ ਪਾਈ, ਨਾਨਕ ਹੋਆ
ਪਾਰ ਬ੍ਰਹਮ ਸਹਾਈ। ਪ੍ਰਣਵਤ ਨਾਨਕ ਜੇ ਤੂੰ ਦੇਵਾ ਹੈ। ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹੈ, ਪ੍ਰਮਾਤਮਾ ਜੇਕਰ ਤੂੰ ਸਾਨੂੰ ਆਪਣਾ ਨਾਮ ਦੇ ਦੇਵੇਂ ਅੰਤੇ ਹੋਏ ਸਖਾਈ, ਤਾਂ ਉਹ ਨਾਮ ਹੀ ਸਾਡੇ ਆਖਰ ਦੇ ਸਮੇਂ ਸਹਾਇਤਾ ਕਰਨ ਵਾਲਾ ਹੋਵੇਗਾ। ਜਿਵੇਂ ਭਾਈ ਮਰਦਾਨਾ ਜੀ ਨੂੰ ਬਖਸ਼ਿਆ ਸੀ, ਭਾਈ ਬਾਲਾ ਜੀ ਨੂੰ ਬਖਸ਼ਿਆ ਸੀ, ਇਉਂ ਜੈ ਮਾਤ ਪਿਤਾ ਸੁਧ ਮੀਤ ਨ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਬੀਬੀ ਰਜਨੀ ਨੂੰ ਵੇਖੋ, ਉਹਦੇ ਸਕੇ ਪਿਤਾ ਨੇ ਇੱਕ ਕੋੜੀ ਪਿੰਗਲੇ ਨਾਲ ਵਿਆਹ ਕੇ ਤੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਆਖਿਆ ਕਿ ਤੂੰ ਮੇਰੇ ਰਾਜ ਵਿੱਚ ਦਿਖਣੀ ਨਹੀਂ ਚਾਹੀਦੀ, ਮੇਰੇ ਰਾਜ 'ਚ ਮੰਗ ਕੇ ਵੀ ਨਾ ਖਾਵੀਂ। ਪਰ ਵਾਹਿਗੁਰੂ ਦੀ ਕਿਰਪਾ ਹੋਈ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦੀ ਬਾਂਹ ਫੜੀ, ਫਿਰ ਉਹਦੇ ਪਿਓ ਨੂੰ ਬੁਲਾ ਕੇ ਦਬਕਾ ਮਾਰਿਆ ਕਿ ਤੂੰ ਕੀ ਸਮਝਿਆ ਹੈ, ਤੈਨੂੰ ਨਰਕਾਂ 'ਚ ਪਾਵਾਂਗੇ, ਤੂੰ ਮਰ ਤਾਂ ਜਾਣਾ ਹੀ ਹੈ। ਕਹਿੰਦਾ ਜੀ ਮਾਫ ਕਰ ਦਿਓ, ਉਪਦੇਸ਼ ਬਖਸ਼ੋ। ਸਤਿਗੁਰਾਂ ਨੇ ਸ਼ਬਦ ਉਚਾਰਿਆ, ਰਾਜਨ ਤੂੰ ਕਿਉਂ ਸੋਇਆ ਨੀਂਦ ਭਰੇ, ਜਾਗਤ ਕਤ ਨਾਹੀ ਰਾਮ। ਆਖਿਆ ਦੇ ਪਤੀ ਨੂੰ ਰਾਜ ਦੇ ਦੇ। ਕਹਿੰਦਾ ਜੀ ਸਤ ਵਚਨ। ਇਸ ਤਰ੍ਹਾਂ ਜੇ ਗੁਰੂ ਬਖਸ਼ ਦੇਵੇ ਤਾਂ ਹੀ ਨਾਮਦਾਨ ਬਖਸ਼ਿਆ ਜਾਂਦਾ, ਪ੍ਰਾਪਤ ਹੁੰਦਾ, ਪਰ ਲੋਕ ਵਿੱਚ ਸਹਾਇਤਾ ਹੁੰਦੀ ਹੈ, ਨਹੀਂ ਤਾਂ ਕੋਈ ਕਿਸੇ ਦਾ ਸਹਾਇਕ ਨਹੀਂ ਹੈ। ਅੰਤੇ ਹੋਏ ਸਖਾਈ, ਅੰਤ ਨੂੰ ਜੇ ਮਾਰ ਕੇ ਗਣੇ ਜਾਹੀ ਨ ਕੋਸਾ, ਹਰ ਕਾ ਨਾਮ ਊਹਾ ਸੰਗ ਦੋਸਾ। ਜੇ ਪੈਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਮਹਾਰਾਜ ਦਾ ਨਾਮ ਹੀ ਸਹਾਇਤਾ ਕਰਦਾ ਹੈ ਜੀ। ਰਾਮ ਕਲੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਇਹ ਦੂਸਰਾ ਸ਼ਬਦ ਰਾਮਕਲੀ ਰਾਗ ਵਿੱਚ ਉਚਾਰ ਰਹੇ ਹਨ। ਸਰਬ ਜੋਤ ਤੇਰੀ ਪਾਸਰ ਰਹੀ, ਹੇ ਪ੍ਰਮਾਤਮਾ ਤੇਰੀ ਸੱਤਾ ਸਭ ਥਾਈਂ ਹੀ ਫੈਲ ਰਹੀ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਜੈ ਜੈ ਦੇਖਾ ਤਹ ਨਰ ਹਰੀ। ਇਹ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ, ਅਸੀਂ ਜਿੱਥੇ ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਤੂੰ ਵਿਆਪਕ ਹੈ। ਜੀਵਨ ਤਲਬ ਨਿਵਾਰ ਸੁਆਮੀ, ਇਹ ਮਾਲਕ ਪ੍ਰਮਾਤਮਾ ਜੀਵਾਂ ਜਾਂ ਸਾਡੇ ਜੀਵਨ ਦੀ ਇੱਛਾ ਨਿਵਰਤ ਕਰਦੇ। ਅਸੀਂ ਜੀਵਨ ਮੁਕਤੀ ਦੀ ਇੱਛਾ ਨੂੰ ਤਿਆਗਿਆ ਹੋਇਆ ਹੈ। ਕਦੀ ਵੀ ਅਰਦਾਸ ਨਾ ਕਰੀਏ ਕਿ ਮਹਾਰਾਜ ਉਮਰ ਲੰਬੀ ਕਰੋ, ਇਹ ਅਰਦਾਸ ਕਰੀਏ ਕਿ ਜਿੰਨੀ ਉਮਰ ਬਖਸ਼ੀ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹਨੇ ਦਿਨ ਤੇਰੇ ਦਰਬਾਰ ਦੇ ਦਰਸ਼ਨ ਕਰਦੇ ਰਹੀਏ। ਇੱਕ ਗੁਰਮੁਖ ਪਿਆਰੇ ਹਮੇਸ਼ਾ ਮੈਨੂੰ ਯਾਦ ਆਉਂਦੇ ਰਹਿੰਦੇ ਨੇ। ਜਦ ਵੀ ਮੈਂ ਆਉਂਦਾ ਸੀਗਾ ਤਾਂ ਉਹਨਾਂ ਦਾ ਇੱਥੇ ਪਹਿਰਾ ਹੁੰਦਾ ਸੀਗਾ 7 ਵਜੇ, ਉਹ ਆਪ ਦਾ ਪਹਿਰਾ ਆਫ ਕਰਦੇ ਸੀਗੇ। ਮਟੌਰ ਵਾਲੇ ਗੁਰਮੁਖ ਪਿਆਰੇ ਸਾਰੀ ਰਾਤ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਲਗਾਤਾਰ ਖੜੀ ਰਾਤ 12 ਘੰਟੇ ਜਦੋਂ ਦਾ ਦਰਬਾਰ ਸਾਹਿਬ ਉੱਪਰ ਤਿਆਰੀ ਹੋਈ ਉਦੋਂ ਦੇ ਉਹਨਾਂ ਦਾ ਇੱਥੇ ਪਹਿਰਾ ਸੀਗਾ। ਥੋੜ੍ਹੇ ਦਿਨ ਹੋਏ ਸਦੀਵੀ ਵਿਛੋੜਾ ਦੇ ਗਏ, ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਗੁਰੂ ਘਰ ਹੀ ਫਤਿਹ ਬੁਲਾ ਗਏ। ਤੋ ਇੰਜ ਹੇ ਮਹਾਰਾਜ ਸੱਚੇ ਪਾਤਸ਼ਾਹ, ਸੋ ਜਿੰਨੀ ਕੁ ਉਮਰ ਤੂੰ ਬਖਸ਼ੀ ਹੈ, ਇਹ ਨਹੀਂ ਆਪਾਂ ਕਹਿੰਦੇ ਵੀ ਬਹੁਤੇ 80 ਸਾਲ ਜਾਂ 90 ਸਾਲ ਜੀਏ, ਜਿੰਨੀ ਤੂੰ ਦਿੱਤੀ ਹੈ ਉਨੀ ਕੁ ਤੇਰੇ ਦਰਬਾਰ 'ਚ ਹੀ ਲੰਘ ਜਾਏ ਤਾਂ ਚੰਗਾ ਹੈ। ਇਸੇ ਤਰ੍ਹਾਂ ਹੀ ਸੋ ਆਪ ਦੀ ਸੇਵਾ ਕਰਦਿਆਂ, ਆਪ ਦਾ ਸਿਮਰਨ ਕਰਦਿਆਂ ਉਮਰ ਲੰਬੀ ਦੀ ਇੱਛਾ ਨਾ ਕਰੀਏ। ਤੋ ਮਹਾਰਾਜ ਦੇ ਚਰਨਾਂ 'ਚੋਂ ਤੰਦਰੁਸਤੀ ਮੰਗੀਏ, ਨਿਤ ਨੇ ਮੰਗੀਏ, ਇਸ਼ਨਾਨ ਮੰਗੀਏ, ਹੋਰ ਤਾਂ ਵਾਹਿਗੁਰੂ ਦਾ ਦਿੱਤਾ ਸਭ ਕੁਛ ਹੀ ਹੈ। ਅੰਧਕੂਪ ਮਾਇਆ ਮਨ ਗਾਡਿਆ, ਅਸੀਂ ਸੰਸਾਰ ਰੂਪ ਅੰਨੇ ਖੂਹ ਜਿਹਦੇ ਵਿੱਚ ਅਗਿਆਨ ਦਾ ਹਨੇਰਾ, ਉਹਦੇ ਮਾਇਆ ਦੇ ਮੋਹ ਰੂਪ ਚੱਕੜ 'ਚ
ਮਨ ਗੱਡਿਆ ਹੋਇਆ ਹੈ। ਓੰਕਾਰੀ ਉਤਰਾਓ ਪਾਰ ਸੁਆਮੀ। ਇਹ ਮੇਰੇ ਮਾਲਕ ਪਰਮਾਤਮਾ, ਫਿਰ ਮੈਂ ਕਿਵੇਂ ਕਰਕੇ ਇਹਦੇ ਤੋਂ ਪਾਰ ਉਤਰਾਂਗਾ? ਭਾਵ ਪਾਰ ਨਹੀਂ ਉਤਰਿਆ ਜਾਵੇਗਾ। ਮਨ ਮੇਰਾ ਪੂਰਾ ਕਿੱਲੇ ਵਾਂਗ ਗੱਡਿਆ ਹੋਇਆ, ਵਿਸ਼ੇ ਵਿਕਾਰਾਂ ਦੇ ਵਿੱਚ ਚਿੱਕੜ 'ਚ ਫਸਿਆ ਹੋਇਆ ਹੈ। ਦਲਦਲ ਦੇ ਵਿੱਚ ਇੱਕ ਵਾਰ ਮੇਰਾ ਪੈਰ ਫਸ ਗਿਆ ਸੀ, ਮੈਨੂੰ ਯਾਦ ਹੈ ਵੀ ਮੈਂ ਕਿਵੇਂ ਨਿਕਲਿਆ। ਬੰਦੇ ਦੀ ਆਵਾਜ਼ ਵੀ ਨਹੀਂ ਨਿਕਲਦੀ, ਭਾਵੇਂ ਕੋਈ ਲਾਗੇ ਖੜਾ ਹੋਏ। ਅਤੇ ਅਜਨਬੀ ਜਗ੍ਹਾ 'ਤੇ ਵੈਸੇ ਉਤਰਨਾ ਤਾਂ ਚਾਹੀਦਾ ਨਹੀਂ, ਪਰ ਪਾਣੀ ਦੇ ਲਾਲਚ ਨੂੰ ਸਾਨੂੰ ਰੋਟੀ ਮਿਲੇ ਨਾ ਮਿਲੇ, ਪਰ ਪਾਣੀ ਵੇਖ ਕੇ ਨਸ਼ਾ ਹੋ ਜਾਂਦਾ। ਅਤੇ ਸੜਕ 'ਤੇ ਵਹੀਕਲ ਖਿਲਾਰਿਆ, ਅਤੇ ਉਹ ਪਾਣੀ ਦੇ ਲਾਲਚ ਨੂੰ ਜਿਉਂ ਹੀ ਅੱਗੇ ਪੈਰ ਰੱਖਿਆ, ਉਹ ਥਾਂ ਦੀ ਥਾਂ ਹੀ ਤੁਰਿਆ ਗਿਆ, ਆਵਾਜ਼ ਵੀ ਨਹੀਂ ਨਿਕਲੀ। ਬੜੀ ਮੁਸ਼ਕਲ, ਨਾ ਕਦੇ ਹੱਥ ਪਏ। ਤੋ ਇਸ ਵਾਸਤੇ ਇਹ ਇਹੋ ਜਿਹਾ ਅੰਨਾ ਖੂਹ ਹੈ ਜਿਹਦੇ 'ਚ ਅਗਿਆਨ ਦਾ ਹਨੇਰਾ, ਮਾਇਆ ਦੇ ਮੋਹ ਦੀ ਦਲਦਲ ਹੈ। ਚਿੱਕੜ ਦੇ ਵਿੱਚ ਸਾਡਾ ਮਨ ਫਸਿਆ ਹੋਇਆ, ਬੰਦਾ ਨਿੱਘਰਦਾ ਹੇਠਾਂ ਹੀ ਹੇਠਾਂ ਤੁਰਿਆ ਜਾਂਦਾ। ਆਪਦੀ ਅਵਸਥਾ ਸਕੇ ਪਿਓ ਨੂੰ ਨਹੀਂ ਦੱਸ ਸਕਦਾ, ਇੰਨੀ ਬੁਰੀ ਹਾਲਤ ਹੈ ਬੰਦੇ ਦੀ। ਸਕੇ ਸੋਧਰੇ ਨੂੰ ਵੀ ਦੱਸਣ ਲੱਗਿਆ ਮਨ 'ਚ ਸੰਕੋਚ ਆਉਂਦਾ। ਅਤੇ ਇਸ ਵਾਸਤੇ ਬੜਾ ਔਖਾ ਹੈ। ਹੇ ਮਹਾਰਾਜ, ਮੇਰਾ ਪਾਰ ਉਤਾਰਾ ਕਿਵੇਂ ਹੋਏਗਾ? ਮੈਂ ਤਾਂ ਇਸੇ ਫਿਕਰ 'ਚ ਹੀ ਹਾਂ। ਓੰਕਾਰੀ ਉਤਰਾਓ ਪਾਰ ਸੁਆਮੀ। ਇਹ ਮੇਰੇ ਮਾਲਕਾ, ਮੈਂ ਕਿਵੇਂ ਪਾਰ ਉਤਰਾਂਗਾ? ਮੇਰਾ ਜਿਹੜਾ ਮਨ ਰੂਪੀ ਪੈਰ ਹੈ, ਇਹ ਮੋਹ ਦੇ ਚਿੱਕੜ 'ਚ ਫਸਿਆ ਹੋਇਆ ਹੈ। ਪੰਕ ਜੋ ਮੋਹ ਪੱਗ ਨਹੀਂ ਚਾਲੈ, ਜੋ ਇਹ ਪੰਗ ਚਿੱਕੜ ਹੈ ਮੋਹ ਦਾ, ਇਹਦੇ ਵਿੱਚ ਇੱਕ ਪੈਰ ਵੀ ਅੱਗੇ ਨਹੀਂ ਬੰਦਾ ਪੁੱਟ ਸਕਦਾ। ਹਮ ਦੇਖਾ ਤਾਂ ਡੂਬੀ ਵਾਲੇ ਵੱਡੇ ਵੱਡੇ ਤਾਰੂ ਬੰਦੇ ਆਪਾਂ ਡੁੱਬਦੇ ਦੇਖੇ ਨੇ। ਜਦੋਂ ਬੰਦਾ ਫਸ ਹੀ ਗਿਆ ਦਲਦਲ 'ਚ, ਫਿਰ ਤਾਰੂ ਕੀ ਕਰੂਗਾ? ਇਸ ਲਈ ਮਹਾਰਾਜ ਕਹਿੰਦੇ ਵੀ ਭਲਿਆ ਮਾਨਸ, ਤੂੰ ਆਪਦੀ ਭਲਵਾਨੀ ਤੇ ਆਪਦੀ ਤਾਰੀ ਤੇ ਮਾਨ ਨਾ ਕਰੀ, ਵੇਖ ਕੇ ਚੁੱਭੀ ਮਾਰੀ ਕਿ ਵਿੱਚ ਹੈ ਕੀ। ਜੇ ਤੂੰ ਤਾਰੂ ਪਾਣ, ਜੇ ਪਾਣੀਆਂ ਦਾ ਤੂੰ ਤਾਰੂ ਹੈ ਤਾਂ ਕਿਤੇ ਭਾਖੜਾ ਨਹਿਰ 'ਚ ਨਾ ਛਾਲ ਮਾਰ ਦੇ। ਬੜੇ ਬੜੇ ਬੰਦੇ ਭੁਲੇਖਾ ਖਾ ਗਏ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜਨ ਕੱਲ, ਉੱਥੇ ਜਿਹੜੇ ਬੱਕਰੀਆਂ ਬੁਕਰੀਆਂ ਚਾਰਨ ਵਾਲੇ ਨੇ ਉਹਨਾਂ ਨੂੰ ਪੁੱਛ ਕੇ ਮਾਰੀ ਛਾਲ ਵੀ ਕਿਤੇ ਭੁੰਟ ਨਹੀਂ ਘੁੰਮਣ ਘੇਰੀ ਤਾਂ ਨਹੀਂ, ਇੱਥੇ ਕੋਈ ਡੂੰਘੀ ਜਗ੍ਹਾ ਤਾਂ ਨਹੀਂ ਹੈ, ਇਹ ਫਸ ਗਿਆ ਮੁੜ ਕੇ ਨਿਕਲਾ ਨਹੀਂ ਜਾਣਾ, ਨਾ ਕਿਸੇ ਨੇ ਕੱਢਣਾ ਹੈ। ਤਾਹੂ ਪੁੱਛ ਤੜਨ ਕੱਲ ਤਾਹੂ ਕਰੇ ਸੁਜਾਨ। ਤੈਨੂੰ ਬੜੇ ਬੜੇ ਬੰਦੇ ਜਿਹੜੇ ਤਾਰੂ ਸੀਗੇ, ਬੜੇ ਬੜੇ ਸਿਆਣੇ, ਉਹ ਇਹਨਾਂ ਲਹਿਰਾਂ ਦੀ ਲਪੇਟ ਵਿੱਚ ਆ ਕੇ ਡੁੱਬ ਗਏ। ਤਾਹੂ ਕਰੇ ਸੁਜਾਨ ਮੁੰਝਾਈ ਨਹੀਂ ਕਪਰੀ, ਇਹਨਾਂ ਲਹਿਰਾਂ ਨੇ ਆਪ ਦੇ ਵਿੱਚ ਉਹਨਾਂ ਨੂੰ ਵਲੇਟ ਲੈਣਾ ਕੀਤਾ। ਇਸ ਵਾਸਤੇ ਹੇ ਮਹਾਰਾਜ, ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ ਜੀ? ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ, ਜਹ ਭੀਤਰ ਘਟ ਭੀਤਰ ਬਸਿਆ। ਜਿਸ ਵਾਹਿਗੁਰੂ ਦੇ ਅੰਦਰ ਸਾਰਾ ਸੰਸਾਰ ਪ੍ਰਤੀਤ ਹੋ ਰਿਹਾ ਹੈ ਤੇ ਸਾਰੇ ਸਰੀਰਾਂ ਦੇ ਵਿੱਚ ਵੀ ਉਹ ਵਸਿਆ ਹੋਇਆ ਹੈ। ਬਾਹਰ ਕਾਹੇ ਨਾਹੀ, ਫਿਰ ਬਾਹਰ ਕਿਉਂ ਨਹੀਂ ਹੈ? ਭਾਵ ਸਭ ਥਾਈਂ ਪਰਿਪੂਰਨ ਹੈ। ਇਸੇ ਪ੍ਰਕਾਰ ਜਹ ਭੀਤਰ ਘਟ ਭੀਤਰ ਬਸਿਆ। ਜਿੱਥੇ ਸਾਧ ਸੰਗਤ ਦੇ ਵਿੱਚ ਮਿਲਣ ਕਰਕੇ ਹਿਰਦੇ ਵਿੱਚ ਪ੍ਰਭੂ ਵਸ ਜਾਂਦਾ, ਫਿਰ ਬਾਹਰ ਕਾਹੇ ਨਾਹੀ। ਬਾਹਰ ਕਿਉਂ ਨਹੀਂ ਪ੍ਰਤੀਤ ਹੋਏਗਾ? ਭਾਵ ਸਭ ਥਾਈਂ ਹਰੀ ਵਿਆਪਕ ਦਿਸਣ ਲੱਗ ਪਏਗਾ। ਅੰਤਰ ਬਾਹਰ ਥਾਨ ਥਨੰਤਰ, ਘਟ ਘਟ ਦੇਖੋ ਸੋਈ। ਸੋ ਅੰਤਰ ਸੋ ਬਾਹਰ ਹੀ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਤਿਨ ਕੀ ਸਾਰ ਕਰੇ ਨਿਤ ਸਾਹਿਬ, ਜੋ ਹਮੇਸ਼ਾ ਵਾਹਿਗੁਰੂ ਨੂੰ ਸਦਾ ਚਿੰਤ ਮਨ ਮਾਹੀ। ਸਦਾ ਆਪਦੇ ਮਨ ਹਿਰਦੇ ਵਿੱਚ ਪ੍ਰਭੂ ਨੂੰ ਚਿਤਵਨਾ ਕਰਦੇ ਨੇ। ਮਾਲਕ ਪਰਮਾਤਮਾ ਉਹਨਾਂ ਦੀ ਨਿਤਾ ਪ੍ਰਤੀ ਸੰਭਾਲ ਕਰਦਾ ਹੈ, ਉਹਨਾਂ ਦਾ ਖਿਆਲ ਕਰਦਾ ਹੈ। ਜਿਵੇਂ ਮਾਂ ਛੋਟੇ ਬੱਚੇ ਨੂੰ ਵਿਸ਼ੇਸ਼ ਤੇ ਕਰਕੇ ਪਾਲਦੀ ਹੈ, ਇਉਂ ਪ੍ਰਤਪਾਰੈ ਨਿਸਾਰ ਸਮਾਰੈ, ਇੱਕ ਕੋ ਨਹੀਂ ਮੂਰਖ ਜਾਤਾ ਰੇ।
तुम दाते ठाकुर प्रतिपालक नायक खसम हमारे निमक निमक तुम ही प्रतिपालो हो हम बारक तुमरे तारे। महाराज छोटे नन्हे बच्चे की तरह आप ही सारिਆਂ ਦੀ ਸੰਭਾਲ ਕਰ ਰਿਹਾ ਹੈ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਉਹ ਸਵਾਸ ਸਵਾਸ ਸਾਨੂੰ ਸੰਭਾਲ ਰਿਹਾ, ਉਹਦੀ ਕਿਰਪਾ ਨਾਲ ਹੀ ਸਵਾਸ ਆ ਰਹੇ ਨੇ, ਇਸ ਲਈ ਉਹਦੇ ਨਾਮ ਨੂੰ ਸੰਭਾਲਣਾ ਕਰੋ। ਆਪੇ ਨੇੜੇ ਆਪੇ ਦੂਰ, ਹਰੀ ਆਪ ਹੀ ਨੇੜੇ ਹੈ ਤੇ ਆਪ ਹੀ ਦੂਰ ਹੈ। ਕਿੰਨਾਂ ਦੇ ਨੇੜੇ ਹੈ? ਬ੍ਰਹਮ ਗਿਆਨੀਆਂ ਦੇ, ਗੁਰਮੁਖਾਂ ਦੇ, ਜਿਹੜੇ ਸਮਝਦੇ ਨੇ। ਜਿਹੜੇ ਮੇਰੇ ਵਰਗੇ ਨਸ਼ਰਦਕ ਬੰਦੇ ਨੇ ਉਹ ਲਾਗੇ ਰਹਿ ਕੇ ਵੀ ਦੂਰ ਹਨ। ਆਪੇ ਸਰਬ ਰਹਿਆ ਭਰਪੂਰ, ਫਿਰ ਆਪ ਹੀ ਸਾਰੀਆਂ ਥਾਵਾਂ 'ਚ ਵਿਆਪਕ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਨੇੜੇ ਆਪੇ ਦੂਰ, ਆਪੇ ਨੇੜੇ ਦੂਰ, ਆਪੇ ਹੀ ਆਪੇ ਮੰਝ ਮਿਆਨੋ, ਆਪੇ ਵੇਖਿਆ ਸੁਣਿਆ, ਆਪੇ ਹੀ ਕੁਦਰਤ ਕਰੇ ਜਹਾਨੋ। ਗੁਰਮੁਖਾਂ ਦੇ ਤੂੰ ਨੇੜੇ ਹੈ ਆਪ ਹੀ, ਤੇ ਆਪ ਹੀ ਮਨਮੁਖਾਂ ਤੋਂ ਦੂਰ ਭੱਜਿਆ ਹੋਇਆ ਹੈ। ਆਪੇ ਸਰਬ ਰਹਿਆ ਭਰਪੂਰ, ਫਿਰ ਆਪ ਹੀ ਬ੍ਰਹਮ ਗਿਆਨੀਆਂ ਦੇ ਨਿਸ਼ਚੇ 'ਚ ਸਭ ਥਾਈਂ ਲਬਾ ਲਬ ਪੂਰਨ ਵਿਆਪਕ ਹੋ ਰਿਹਾ ਹੈ। ਸਤਿਗੁਰ ਮਿਲੈ ਅੰਧੇਰਾ ਜਾਏ, ਜੇਕਰ ਸਤਿਗੁਰੂ ਸਾਹਿਬ ਜੀ ਮਿਲ ਪਾਇਣ ਤਾਂ ਅੰਦਰੋਂ ਗਿਆਨ ਦਾ ਹਨੇਰਾ ਚਲਿਆ ਜਾਵੇਗਾ। ਜਹ ਦੇਖਾ ਤਹ ਰਹਿਆ ਸਮਾਏ, ਫਿਰ ਐਸਾ ਨਿਸ਼ਚਾ ਹੁੰਦਾ ਹੈ ਕਿ ਜਿੱਥੇ ਵੀ ਵੇਖਣਾ ਕਰੀਏ ਉੱਥੇ ਉਹ ਪ੍ਰਮਾਤਮਾ ਹੀ ਸਮਾ ਰਿਹਾ ਪ੍ਰਤੀਤ ਹੁੰਦਾ ਹੈ। ਅੰਦਰ ਸਹਸਾ ਬਾਹਰੇ ਮਾਇਆ, ਜੀਵਾਂ ਦੇ ਹਿਰਦੇ ਵਿੱਚ ਤਾਂ ਪ੍ਰਮਾਣਗਤ ਪਰਮੇਘਾਤ ਆਦਿਕ ਸੰਸਾ ਤੇ ਬਾਹਰ ਜੜ ਚੇਤਨ ਮਾਇਆ ਚੰਬੜੀ ਹੋਈ ਹੈ। ਲੈਣੀ ਲਾਗਸ ਬਾਣੀ, ਤੇ ਨੇਤਰਾਂ ਨੂੰ ਵੀ ਮਾਇਆ ਦੀ ਰੰਗਤ ਲੱਗ ਰਹੀ ਹੈ। ਬਾਣੀ ਕਰਕੇ ਜੀਵ ਮਾਇਆ ਦੀਆਂ ਗੱਲਾਂ ਕਰਦੇ ਰਹਿੰਦੇ ਨੇ। ਇੱਕ ਦੂਜੇ ਨੂੰ ਮਿਲ ਕੇ ਕੋਈ ਨਹੀਂ ਪੁੱਛੂਗਾ ਕਿ ਅੱਜ ਨਿਤਨੇਮ ਕੀਤਾ, ਕਦੀ ਪੁੱਛਿਆ? ਤੁਸੀਂ ਦੱਸੋ। ਇਹੀ ਪੁੱਛਦੇ ਤਨਖਾਹ ਕਿੰਨੀ, ਕਿੰਨੇ ਕੁ ਪੈਸੇ ਬਣ ਜਾਂਦੇ ਨੇ, ਕਿੰਨੇ ਕੁ ਘੰਟੇ, ਕਿਹੜਾ ਕਿਹੜਾ ਕੰਮ ਚੱਲਦਾ, ਕਿੰਨਾ ਕਾਰੋਬਾਰ, ਇਹੀ ਪੁੱਛਦੇ ਆਪਾਂ। ਕਦੀ ਨਹੀਂ ਪੁੱਛਿਆ ਵੀ ਜਦੋਂ ਦਾ ਅੰਮ੍ਰਿਤ ਛਕਿਆ ਕੋਈ ਢਲਿਆਈ ਤਾਂ ਨਹੀਂ ਹੋਈ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਪਹਿਲੀ ਗੱਲ ਤਾਂ ਸਿੰਘ ਨੂੰ ਛੁੱਟੀ ਦਿੰਦੇ ਹੀ ਨਹੀਂ ਸਨ। ਘਰ ਜਾ ਕੇ ਮਨ ਢਿੱਲਾ ਹੋ ਜਾਂਦਾ। ਜੇ ਨੀਂਦ ਨਾ ਆਏ, ਭੁੱਖ ਨਾ ਲੱਗੇ ਤੇ ਘਰ ਜਾਈਏ ਨਾ। ਇਹ ਦੋ ਬਿਮਾਰੀਆਂ ਰੱਬ ਨੇ ਬਣਾਈਆਂ। ਜਦੋਂ ਰੱਬ ਮਿਲਿਆ ਤੇ ਇੱਕੋ ਹੀ ਬੇਨਤੀ ਆਪਾਂ ਕਰਨੀ ਹੈ ਵੀ ਇਹ ਬਿਮਾਰੀਆਂ ਖਤਮ ਕਰ ਦੇ। ਇਹ ਤਾਂ ਸੱਚਖੰਡ ਹੀ ਹੈ। ਮਹਾਰਾਜ ਨੇ ਆਖਿਆ ਨਾ ਵੀ ਸੱਚਖੰਡ ਵਸਿਆ ਨਿਰੰਕਾਰ। ਸਾਧ ਸੰਗਤ ਸੱਚਖੰਡ ਹੈ, ਪਰ ਫਰਕ ਇੱਥੇ ਇੰਨਾ ਕੀ ਹੈ, ਇੱਥੇ ਪ੍ਰੋਬਲਮਾਂ ਹਨ। ਕਿਉਂਕਿ ਸਰੀਰ ਜੋ ਇਸ ਤਰ੍ਹਾਂ ਦਾ ਹੈ, ਮਿੱਟੀ ਦਾ ਬਣਿਆ ਹੋਇਆ ਹੈ, ਇਹ ਝਾਟੀ ਢਿੱਲਾ ਮੱਠਾ ਜਿਹਾ, ਤੇ ਉਹ ਤਾਂ ਸੱਚਖੰਡ ਹੀ ਆ। ਫਿਰ ਤੋ ਇਸ ਵਾਸਤੇ ਇਹ ਦੋ ਚੀਜ਼ਾਂ ਤੋਂ ਬੰਦਾ ਰਹਿਤ ਹੋ ਜਾਏ ਤਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਹੈ। ਆਪਾਂ ਕੀ ਵਿਚਾਰ ਕਰ? ਅੰਤਰ ਸਹਸਾ ਬਾਹਰ ਮਾਇਆ, ਅੰਦਰ ਸਾਡੇ ਮਨ 'ਚ ਸੰਸਾ ਤੇ ਬਾਹਰ ਮਾਇਆ ਦੀਆਂ ਬਾਤਾਂ ਮਾਰਦੇ ਆ। ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਦ ਸਿੰਘ ਛੁੱਟੀ ਕੱਟ ਕੇ ਘਰੋਂ ਜਥੇ 'ਚ ਆਉਂਦਾ, ਉਹਨੂੰ ਪੁੱਛਦੇ ਹੋਰ ਕੋਈ ਗੱਲ ਨਾ ਕਰਦੇ, ਕਹਿੰਦੇ ਵੀ ਸਿੰਘਾ ਤਿਆਰਪੁਰ ਤਿਆਰ ਹੈ। ਬੰਦਾ ਰਿਸ਼ਤੇਦਾਰੀ 'ਚ ਮਿੱਤਰਾਂ ਦੋਸਤਾਂ 'ਚ ਇੱਧਰ ਉੱਧਰ ਜਾ ਕੇ ਢਿੱਲਾ ਮੱਠਾ ਹੋ ਜਾਂਦਾ, ਰਹਿ 'ਚ ਫਰਕ ਪੈ ਸਕਦਾ। ਤੋ ਇਸ ਲਈ ਮਹਾਂਪੁਰਖਾਂ ਇੱਕੋ ਹੀ ਗੱਲ ਪੁੱਛਣੀ ਵੀ ਰਹਿ 'ਚ ਤਿਆਰਪੁਰ ਤਿਆਰ ਹੈ। ਨਿਤਨੇਮ ਤਾਂ ਨਹੀਂ ਛੁੱਟਿਆ। ਜੇ ਉਹਨੇ ਕਹਿਣਾ ਵੀ ਹਾਂ ਠੀਕ ਹੈ ਜੀ, ਤੇ ਜੇ ਕਹਿਣਾ ਵੀ ਢਲਿਆਈ ਹੋ ਗਈ, ਕਹਿੰਦੇ ਜਾ ਬਈ ਪੰਜਾਂ ਪੈਰਾਂ ਕੋ ਜਾ, ਪਹਿਲਾਂ ਸਦਾਈ ਕਰਾ ਕੇ ਆ, ਫਿਰ ਜਥੇ ਦੇ ਵਿੱਚ ਤੂੰ ਰਹੀ। ਆਪਾਂ ਕਦੀ ਇੱਕ ਦੂਜੇ ਨਾਲ ਇਹ ਗੱਲ ਕੀਤੀ ਹੋਈ ਨਹੀਂ ਹੈ, ਸਾਨੂੰ ਯਾਦ ਹੀ ਨਹੀਂ ਆਉਂਦਾ। ਬਸ ਪੈਸੇ ਦੀਆਂ ਬਾਤਾਂ ਕਰੀ ਦੀਆਂ ਨੇ, ਇੱਕ ਦੂਜੇ ਦੇ ਨਾਲ ਕਾਰੋਬਾਰ ਦੀਆਂ ਗੱਲਾਂ ਹੁੰਦੀਆਂ,
ਕਦੀ ਰਹਿਤ ਦੀ ਗੱਲ ਜਾਂ ਨਿਤਨੇਮ ਦੀ ਨਹੀਂ ਆਪਾਂ ਕੀਤੀ, ਸਾਨੂੰ ਯਾਦ ਹੀ ਨਹੀਂ, ਕਿਉਂਕਿ ਸਾਡਾ ਮਨ ਹੀ ਪੈਸੇ 'ਚ ਲੱਗਾ ਹੋਇਆ ਹੈ। ਮੈਨੂੰ ਤਾਂ ਜਿਹੜਾ ਪੁੱਛੇ ਤੇ ਮੈਂ ਤਾਂ ਬੜਾ ਬੁਰਾ ਮਨਾਉਣਾ ਹੈ। ਫਿਰ ਜੇ ਕੋਈ ਤਰਕ ਕਰੇ ਤੇ ਅਗਲੇ ਨੂੰ ਲੱਖਾਂ ਦੇ ਹਿਸਾਬ ਨਾਲ ਆਖੀਦਾ ਵੀ 5000 ਨਹੀਂ 5 ਲੱਖ ਹੈ, ਕਿਉਂਕਿ ਗੁਰੂ ਘਰ ਦਾ ਕੱਖ ਵੀ ਲੱਖ ਦੇ ਬਰਾਬਰ ਹੈ। ਤੇ ਇਸ ਵਾਸਤੇ ਸਾਡੇ ਅੰਦਰ ਸੰਸਾ ਬਣਿਆ ਰਹਿੰਦਾ। ਲੱਖਪਤੀ ਵੀ ਬੰਦਾ ਉੱਥੇ ਕੁ ਜਿਹੀ ਹੈ, ਰੋਣਾ ਧੋਣਾ ਸਾਰੀ ਉਮਰ ਨਹੀਂ ਬੰਦੇ ਦਾ ਨਿਬੜਦਾ, ਖਾਂਦਾ ਤਾਂ 2 ਰੋਟੀਆਂ ਹੀ ਹੈ। ਤੋ ਸੰਸਾ ਉਹਦੇ ਅੰਦਰ ਵੀ ਹੈ, ਸੰਸਾ ਸਾਡੇ ਅੰਦਰ ਵੀ ਹੈ, ਇਹ ਸੰਸਾ ਨਹੀਂ ਜਾਂਦਾ ਹੈ। ਤੋ ਇਸ ਲਈ ਜੀਵਾਂ ਦੇ ਹਿਰਦੇ 'ਚ ਮਹਾਰਾਜ ਨੇ ਸਮਝ ਲਓ ਕਿ ਇਹ ਇੱਕ ਬਿਮਾਰੀ ਪਾਈ ਹੋਈ ਹੈ, ਪਰਮਾਨਗਤ ਤੇ ਪਰਮੇਗਤ ਆਦਿਕ ਸੰਸਾ, ਤੇ ਬਾਹਰ ਮਾਇਆ ਚੰਬੇੜੀ ਹੋਈ ਹੈ। ਨੈਣੀ ਲਾਗਸ ਬਾਣੀ, ਤੇ ਅੱਖਾਂ ਦੇ ਨਾਲ ਵੀ ਮਾਇਆ ਦੀ ਬੰਨ ਰੰਗਤ ਇਹਨੂੰ ਲੱਗ ਰਹੀ ਹੈ। ਬਾਣੀ ਕਰਕੇ ਵੀ ਜੀਵ ਮਾਇਆ ਦੀਆਂ ਗੱਲਾਂ ਬਾਤਾਂ ਕਰਦੇ ਹਨ। ਮਾਇਆ ਦਾ ਪ੍ਰਭਾਵ ਅੱਖਾਂ ਵੀ ਕਬੂਲਦੀਆਂ ਨੇ। ਜਿੱਥੇ ਜ਼ਿਆਦਾ ਸ਼ੋਅ ਮੇਲਾ ਹੋਵੇ ਉੱਥੇ ਭੱਜ ਕੇ ਬੰਦਾ ਜਾਂਦਾ ਹੈ। ਪ੍ਰਣਵਤ ਨਾਨਕ ਦਾਸਨ ਦਾਸਾ, ਭਾਵੇਂ ਆਪ ਦਾ ਸਭ ਕੁਝ ਹੀ ਲਟਾ ਆਵੇ, ਜਿੱਥੇ ਸ਼ੋਅ ਮੇਲਾ ਨਹੀਂ, ਚੀਜ਼ ਭਾਵੇਂ ਉੱਥੇ ਵਧੀਆ ਹੋਵੇ, ਆਪਾਂ ਕਹਾਂਗੇ ਵੀ ਨਹੀਂ ਇਹ ਚੰਗੀ ਨਹੀਂ ਹੋਊਗੀ। ਤੋ ਇਸ ਲਈ ਵਪਾਰੀ ਬੰਦਿਆਂ ਨੂੰ ਸਾਡੀ ਸਮਝ ਆ ਗਈ ਹੈ, ਇੰਜਣ ਉਹੀ ਹੈ। ਨਿਤ ਨਵੀਆਂ ਮਨਸਵੰਨੀਆਂ ਉਹ ਬਾੜੀਆਂ ਜਿਹੀਆਂ ਬਣਾ ਕੇ ਲੋਕਾਂ ਕੋਲੋਂ ਠੱਗੀ ਜਾਂਦੇ ਨੇ ਲੱਖਾਂ ਦੇ ਹਿਸਾਬ ਨਾਲ। ਆ ਇੰਨੇ ਦੀ ਗੱਡੀ ਹੈ, ਆ ਇੰਨੇ ਦੀ, ਇੰਨੇ ਲੱਖ ਦੀ ਹੈ। ਹੌਸਪੀਟਲ ਮਾਰ ਹੋਟਲਾਂ ਨਾਲੋਂ ਵੀ ਪਰੇ ਬਣਾਏ ਹੋਏ ਨੇ, ਕਿਉਂਕਿ ਸਾਡਾ ਮਨ ਜੋ ਲਿਸ਼ਕ ਪੁਸ਼ਕ ਦੇ ਵਿੱਚ। ਤੋ ਇਸ ਵਾਸਤੇ ਚੀਜ਼ ਉਹੀ ਹੈ, ਦਵਾਈ ਬਿਮਾਰੀ ਦਾ ਇਲਾਜ, ਤੇ ਲਿਸ਼ਕ ਪੁਸ਼ਕ ਦੇ ਵਿੱਚ ਹੀ ਜ਼ਿਆਦੀ ਠੱਗੀ ਠੋਰੀ ਹੈ। ਕਹਿੰਦੇ ਨੈਣੀ ਲੱਗ ਜ਼ੁਬਾਨੀ, ਅੱਖਾਂ ਵੀ ਸੋ ਮਾਇਆ ਦੇ ਵਿੱਚ ਲੱਗੀਆਂ ਹੋਈਆਂ ਨੇ, ਜਾਂ ਬਾਣੀ ਕਰਕੇ ਜੀ ਮਾਇਆ ਦੀਆਂ ਬਾਤਾਂ ਕਰਦੇ। ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪੇਗਾ ਪ੍ਰਾਣੀ। ਸਤਿਗੁਰੂ ਮਹਾਰਾਜ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਹੇ ਪ੍ਰਾਣਾਧਾਰੀ ਜੀਵ, ਪ੍ਰਭੂ ਦੇ ਸੇਵਕਾਂ ਦਾ ਸੇਵਕ ਹੋ ਜਾ। ਤੈਨੂੰ ਬੇਨਤੀ ਕਰਦੇ ਆ, ਤੂੰ ਤਾਂ ਗੁਰੂ ਘਰ ਦਾ ਬੰਦਾ ਹੈ, ਤੂੰ ਇਹ ਬਾਤਾਂ ਮਾਰਨੀਆਂ ਛੱਡ ਦੇ, ਕਿਉਂਕਿ ਦੁਨੀਆ 'ਚ ਕੱਖ ਨਹੀਂ ਪਿਆ। ਇੱਕ ਸੇਵਾ ਤੇ ਦੂਜਾ ਸਿਮਰਨ ਦੀ 2 ਚੀਜ਼ਾਂ ਇਨਸਾਨ ਦੇ ਨਾਲ ਜਾਣੀਆਂ ਨੇ। ਤੂੰ ਮਹਾਰਾਜ ਦੇ ਸੇਵਕਾਂ ਦਾ ਸੇਵਕ ਹੋ ਜਾਣਾ ਕਰ। ਕੋਈ ਥੋੜ੍ਹਾ ਬਹੁਤਾ ਸਮਾਂ ਸੇਵਾ ਲਈ ਕੱਢ, ਸਿਮਰਨ ਵਾਸਤੇ ਕੱਢ। ਸੇਵਕ ਭਾਵ ਤੋਂ ਬਿਨਾਂ ਪ੍ਰਤਾਪੇਗਾ ਪ੍ਰਾਣੀ। ਹੇ ਪ੍ਰਾਣੀਆ, ਤੂੰ ਪਛਤਾਤਾਪ ਹੀ ਕਰਦਾ ਰਹੇਗਾ। ਮਨ ਬਾਣੀ ਸਰੀਰ ਕਰਕੇ ਤੂੰ ਦਾਸਾਂ ਦਾ ਦਾਸ ਹੋ ਜਾ, ਫਿਰ ਤੂੰ ਤਾਪਾਂ ਤੋਂ ਪਰੇ ਹੋ ਜਾਏਗਾ। ਨਹੀਂ ਤਾਂ ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਫਿਰ ਪਛਤਾਹੋ ਨਾ ਪਾਵੋ ਪਾਰ। ਪਛਤਾਤਾਪ ਕਰੇਗਾ, ਮੁੜ ਕੇ ਤੇਰਾ ਪਾਰ ਉਤਾਰਾ ਨਹੀਂ ਹੋਣਾ। ਇਸ ਲਈ ਕਬੀਰ ਮਾਨ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਜਿਉਂ ਬਨ ਫਲ ਪਾਕਿਆ ਭੋਏ ਗਿਰੈ, ਬਾਹੁਰ ਨਾ ਲਾਗੇ ਡਾਰ। ਨਾਮ ਕਲੀ ਮਹਲਾ ਪਹਿਲਾ। ਸਤਿਗੁਰੂ ਜੀ ਪਾਸ ਸਿੱਧਾ ਨੇ ਕੁਝ ਪ੍ਰਸ਼ਨ ਕੀਤੇ, ਜਿਨ੍ਹਾਂ ਪ੍ਰਸ਼ਨਾਂ ਨੂੰ ਸਤਿਗੁਰੂ ਮਹਾਰਾਜ ਨੇ ਪਹਿਲਾਂ ਆਪ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਿਆ, ਫਿਰ ਆਪ ਹੀ ਉਹਨਾਂ ਦਾ ਉੱਤਰ ਦਿੱਤਾ ਹੈ। ਇਹ ਸਵਾਲਾਂ ਜਵਾਬਾਂ 'ਚ ਸਮਾਂ ਜ਼ਿਆਦਾ ਲੰਘ ਜਾਏਗਾ, ਸਮਾਂ ਆਪਦੇ ਕੋਲੋਂ ਆਪਣੇ ਕੋਲ ਘੱਟ ਰਹਿ ਗਿਆ। ਇਸ ਵਾਸਤੇ ਇੱਥੇ ਹੀ ਗੁਰੂ ਸਾਹਿਬ ਜੀ ਕੋਲੋਂ ਆਪਾਂ ਮਾਫੀ ਮੰਗਦੇ ਹਾਂ। 2 ਸ਼ਬਦਾਂ ਦੀ ਕਥਾ ਵਿਚਾਰ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਅੰਤਰ ਸਹਸਾ ਬਾਹਰ ਮਾਇਆ, ਨੈਣੀ ਲਾਗਸ ਬਾਣੀ। ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪੇਗਾ ਪ੍ਰਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀ। ਵਾਦਾਈਆ ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾ। ਆਈਆ
ਵਸਿਆ ਸਬਦੋ ਤੰਗਾਵੋ ਹਰਿ ਗੇਰਾ ਮਨ ਜਿਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਜਿਸ ਦੇ ਸੋ ਪਾਵੇ ਸਦਾ ਸਿਵ ਸਦਾ ਹੈ ਤੇਰੀ ਨਾਮ ਮਨ ਵਸਾਵੇ ਨਾਮ ਜਗ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਟ